ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦਸਮ ਕਥਾ ਭਗਉਦਗੀ ਪਾਖਾ ਕਰੀ ਬਨਾਏ। ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁਧ ਕੇ ਚਾਏ। ਧਨ ਜੀਓ ਤਿਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ। ਦੇਹ ਅਨਿਤ ਨਾ ਨਿਤ ਰਹੈ ਜਸ ਨਾਵ ਚੜ੍ਹੈ ਭਵ ਸਾਗਰ ਤਾਰੇ। ਧੀਰਜ ਧਾਮ ਬਨਾਏ ਇਹ ਤਨ ਬੁੱਧ ਸੋ ਦੀਪਕ ਜਿਉ ਉਜਿਆਰੈ। ਗਿਆਨ ਹੈ ਕਿ ਵੱਢਣੀ ਮਨਹੁ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ। ਦਾਸ ਜਾਨ ਕਰ ਦਾਸ ਪਰ ਕੀਜੈ ਕਿਰਪਾ ਅਪਾਰ। ਆਪ ਹਾਥ ਧੈ ਰਾਖ ਮੋਹਿ ਮਨ ਕਰਮ ਬਚਨ ਵਿਚਾਰ। ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ। ਸੈਫ ਸੋਰੋਹੀ ਸਹਿਥੀ ਯਹ ਹਮਾਰੇ ਪੀਰ। ਮੁਖ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਧੈ ਲਿਹੋ ਉਬਾਰੀ। ਸਰਬ ਠਾਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਅਬ ਮੈਂ ਆਪਣੀ ਕਥਾ ਬਖਾਨਾ ਤਪ ਸਾਧਤ ਜਿਹ ਬਿਦ ਮਹਿ ਆਨਾ। ਹੇਮਕੁੰਟ ਪਰਬਤ ਹੈ ਜਹਾਂ ਸਪਤ ਸਰਿੰਗ ਸੋਭਿਤ ਹੈ ਤਹਾਂ। ਅਬ ਮੈਂ ਆਪਣੀ ਕਥਾ ਬਖਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਪਤਿਤ ਪਾਵਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ
ਚੌਵਰ ਛਤਰ ਸਿੰਘਾਸਣ ਤਖਤ ਦੇ ਮਾਲਕ, ਜੁਗੋ ਜੁਗ ਅਟਲ ਬਾਣੀ ਕੇ ਬੋਹਿਥ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਜੀ ਬਹੁਤ ਹੀ ਵਡਭਾਗੀ ਹੋ ਜੋ ਨਿਤਨੇਮ ਨਾਲ ਹੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਕੇ ਗੁਰੂ ਕੇ ਦਰਸ਼ਨ ਕਰਕੇ ਬਾਣੀ ਪੜ੍ਹ ਸੁਣ ਕੇ ਲਾਹਾ ਪ੍ਰਾਪਤ ਕਰਦੇ ਹੋ। ਗੁਰੂ ਸਾਹਿਬ ਜੀ ਦੇ ਸੁੰਦਰ ਦਰਬਾਰ ਦੀਵਾਨ ਸੱਜ ਰਹੇ ਹੈ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਦੀਨ ਦਿਆਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਰਸ਼ਨ ਦੇ ਕੇ ਨਿਹਾਲ ਸਫਲਾ ਸੰਗਤਾਂ ਨੂੰ ਕਰ ਰਹੇ ਹਨ। ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਿਚਿੱਤਰ ਨਾਟਕ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚੋਂ ਅੰਕਿਤ ਹੈ, ਉਸ ਦੀ ਕਥਾ ਵਿਚਾਰ ਆਪਾਂ ਕੁਝ ਦਿਨਾਂ ਤੋਂ ਸੰਗਤੀ ਰੂਪ ਵਿੱਚ ਰਲ ਮਿਲ ਕੇ ਪੜ੍ਹ ਸੁਣ ਰਹੇ ਹਾਂ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਵਿਚਿੱਤਰ ਨਾਟਕ ਦੇ 5ਵੇਂ ਅਧਿਆਏ ਦੇ ਵਿੱਚ ਦਸੇ ਗੁਰੂ ਸਾਹਿਬਾਨਾਂ ਦੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਣਾ ਦਾ ਕ੍ਰਮਵਾਰ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਸੁਭਾਇਮਾਨ ਹੋਏ। ਭਾਵ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਕਹਾਏ। ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰੂ ਅਮਰਦਾਸ ਜੀ ਕਹਾਏ ਅਤੇ ਜੋ ਪਿਛਲੇ ਵਰਦਾਨ ਬਖਸ਼ੇ ਸਨ ਉਹਨਾਂ ਬਚਨਾਂ ਨੂੰ ਪੂਰਨ ਕਰਨ ਵਾਸਤੇ ਸੋਢ ਬੰਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਗੁਰੂ ਰਾਮਦਾਸ ਨਾਮ ਕਰਕੇ ਕਹਾਇਆ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਵੱਖਰੇ ਵੱਖਰੇ ਸਰੂਪ ਧਾਰਨ ਕੀਤੇ। ਜਿਹੜੇ ਗੁਰਸਿੱਖ ਭਾਵਨਾ ਵਾਲੇ, ਸ਼ਰਧਾ ਵਾਲੇ, ਗੁਰਮੁਖ ਜੀਵਨ ਵਾਲੇ ਸਾਧੂ, ਉਹਨਾਂ ਨੇ ਗੱਲ ਨੂੰ ਜਾਣਿਆ ਵੀ ਗੁਰੂ ਨਾਨਕ ਦੇਵ ਜੀ ਹੀ ਗੁਰੂ ਰਾਮਦਾਸ ਜੀ ਹਨ। ਮੂਰਖ ਲੋਕ ਜਾਣ ਨਾ ਸਕੇ ਅਤੇ ਵੱਖਰਾ ਵੱਖਰਾ ਕਰਕੇ ਸਤਿਗੁਰਾਂ ਨੂੰ ਸਮਝਿਆ ਕਿ ਗੁਰੂ ਨਾਨਕ ਦੇਵ ਜੀ ਵੱਖਰੇ ਹਨ, ਗੁਰੂ ਅੰਗਦ ਦੇਵ ਜੀ ਵੱਖਰੇ, ਗੁਰੂ ਅਮਰਦਾਸ ਜੀ ਵੱਖਰੇ, ਗੁਰੂ ਰਾਮਦਾਸ ਜੀ ਵੱਖਰੇ। ਸਾਧ ਸੰਗਤ ਜੀ, ਖਾਲਸਾ ਜੀ, ਸਾਰੇ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਦੀ ਹੀ ਆਪਣੀ ਜੋਤ ਸੀ। ਐਵੇਂ ਅਸਾਂ ਤਾਂ ਇਸੇ ਤਰ੍ਹਾਂ ਜਾਣਿਆ ਸਮਝਿਆ ਹੈ। ਗੁਰੂ ਰਾਮਦਾਸ ਮਹਾਰਾਜ ਜਦੋਂ ਸੱਚਖੰਡ ਪਿਆਨਾ ਕਰ ਗਏ, 5ਵੇਂ ਪਾਤਸ਼ਾਹ ਸੁਪੁੱਤਰ ਆਪਣੇ ਛੋਟਿਆਂ ਨੂੰ ਗੁਰਤਾ 'ਤੇ ਬਿਰਾਜਮਾਨ ਕੀਤਾ। ਗੁਰੂ ਅਰਜਨ ਦੇਵ ਜੀ ਨਾਮ ਕਹਾ ਲਿਆ। ਫਿਰ ਗੁਰੂ ਅਰਜਨ ਸਾਹਿਬ ਜੀ ਨੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਬਖਸ਼ ਦਿੱਤੀ। ਭਾਵ ਆਪਣਾ ਨਾਮ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਾ ਲਿਆ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪੋਤਰਿਆਂ ਨੂੰ ਗੁਰਤਾ ਦੇ ਬਿਰਾਜਮਾਨ ਕਰਕੇ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਬਾਬਾ ਹਰ ਰਾਏ ਮਹਾਰਾਜ ਜੀ, ਗੁਰੂ ਹਰ ਰਾਏ ਮਹਾਰਾਜ ਜੀ, ਉਹਨਾਂ ਨੂੰ ਸੁਭਾਇਮਾਨ ਕਰ ਦਿੱਤਾ। ਆਪਣਾ ਨਾਮ ਹਰ ਰਾਏ ਜੀ ਕਹਾ ਲਿਆ। ਫਿਰ ਗੁਰੂ ਹਰਕ੍ਰਿਸ਼ਨ ਕਹਾ ਲਿਆ। ਇਸੇ ਤਰ੍ਹਾਂ ਹੀ ਗੁਰਤਾ ਬਖਸ਼ ਕੇ ਫਿਰ 9ਵੇਂ ਸਰੂਪ ਵਿੱਚ ਗੁਰੂ ਤੇਗ ਬਹਾਦਰ ਨਾਮ ਗੁਰੂ ਨਾਨਕ ਸਾਹਿਬ ਜੀ ਨੇ ਕਹਾਇਆ। ਅਤੇ ਜਿਨ੍ਹਾਂ ਨੇ ਕੀਨੋ ਵੱਡੋ ਕਲੂ ਮਹਿ ਸਾਕਾ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਇਹ ਸਾਰੀ ਸਤਿਗੁਰੂ ਜੀ ਨੇ ਕਥਾ ਸੰਖੇਪ ਰੂਪ ਵਿੱਚ ਹੀ, ਜਿਵੇਂ ਆਪ ਜੀ ਨੇ ਪਹਿਲਾਂ ਹੀ ਕਿਹਾ ਸੀ ਵੀ ਇਹ ਕਥਾ ਸੰਖੇਪ ਵਿੱਚ ਸੁਣਾਵਾਂਗੇ, ਦੱਸਾਂਗੇ ਖਾਲਸਾ ਜੀ, ਉਹ ਦੱਸੀ ਮਹਾਰਾਜ ਜੀ ਨੇ ਸੰਖੇਪ ਰੂਪ ਵਿੱਚ ਹੀ ਕਥਾ, ਜਿਹੜੀ ਆਪਾਂ ਰਲ ਮਿਲ ਕੇ ਥੋੜ੍ਹੀ ਵਿਸਥਾਰ ਨਾਲ
ਕਰ ਲਈ ਹੈ। ਤੇ ਸਤਿਗੁਰੂ ਮਹਾਰਾਜ ਜੀ ਨੇ ਫਿਰ ਸਾਧ ਸੰਗਤ ਜੀ 6ਵੇਂ ਅਧਿਆਏ ਦੇ ਵਿੱਚ ਆਪਣੀ ਕਥਾ ਦੱਸੀ ਹੈ। ਭਾਵੇਂ ਕਿ ਬੜੇ ਪੀਰ ਪੈਗੰਬਰ ਔਲੀਏ ਰਹਿਬਰ ਆਏ ਹਨ, ਪਰ ਕਿਸੇ ਨੇ ਵੀ ਆਪਣੀ ਕਥਾ ਆਪ ਨਹੀਂ ਲਿਖੀ ਕਿ ਅਸੀਂ ਪਹਿਲਾਂ ਕਿੱਥੇ ਤਪ ਕਰਦੇ ਸਾਂ, ਸਾਨੂੰ ਕਿਵੇਂ ਪਰਮੇਸ਼ਰ ਨੇ ਭੇਜਿਆ, ਕਿਵੇਂ ਸਾਡੀ ਗੱਲਬਾਤ, ਕਿਵੇਂ ਸਾਡੇ ਨਾਲ ਬਚਨ ਹੋਏ, ਕਿਵੇਂ ਸਾਡੇ ਮਾਤਾ ਪਿਤਾ ਜੀ ਨੇ ਤਪ ਤਪੱਸਿਆ ਕੀਤੀ, ਅਸੀਂ ਕਿੱਥੇ ਸਾਂ। ਇਹ ਅੱਜ ਤੱਕ ਕੋਈ ਔਲੀਆ ਪੈਗੰਬਰ ਪੀਰ ਨਹੀਂ ਦੱਸ ਸਕਿਆ ਹੈ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਧੰਨ ਧੰਨ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਬਚਿੱਤਰ ਨਾਟਕ ਬਾਣੀ ਵਿੱਚ ਇਹ ਆਪਣੀ ਕਥਾ ਆਪ ਲਿਖੀ ਹੈ ਕਿ ਅਸੀਂ ਪਹਿਲਾਂ ਕਿੱਥੇ ਸਾਂ, ਕਿਵੇਂ ਸਾਨੂੰ ਪਰਮੇਸ਼ਰ ਨੇ ਆਗਿਆ ਕੀਤੀ, ਕਿਵੇਂ ਅਸਾਂ ਨੇ ਬਚਨ ਕਹੇ, ਕਿਵੇਂ ਫਿਰ ਅਸੀਂ ਸਾਡਾ ਸੰਸਾਰ 'ਤੇ ਆਉਣਾ ਹੋਇਆ, ਸਾਡਾ ਪਿਛਲਾ ਸਥਾਨ ਤਪ ਸਥਾਨ ਕਿਹੜਾ ਸੀ, ਮਾਤਾ ਪਿਤਾ ਜੀ ਨੇ ਕਿਵੇਂ ਤਪ ਤਪੱਸਿਆ ਕੀਤੀ। ਉਹ ਗੁਰੂ ਮਹਾਰਾਜ 6ਵੇਂ ਅਧਿਆਏ ਦੇ ਵਿੱਚ ਸਾਰਾ ਵਿਸਥਾਰ ਨਾਲ ਕਥਾ ਵਿੱਚ ਦੱਸ ਰਹੇ ਹਨ। ਜਿਵੇਂ ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਕਥਾ ਆ ਰਹੀ ਹੈ, ਆਓ ਆਪਾਂ ਉਹ ਕਥਾ ਸਰਵਣ ਕਰੀਏ, ਕਿਉਂਕਿ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਵੀ 5-7 ਦਿਨਾਂ ਨੂੰ ਪੋਹ ਸੁਦੀ ਸਪਤਮੀ ਨੂੰ ਆ ਰਿਹਾ ਹੈ, ਜੋ 20 ਜਨਵਰੀ ਨੂੰ ਬਣ ਰਿਹਾ ਇਸ ਸਾਲ। ਅਤੇ ਉਹਦੇ ਸੰਬੰਧ ਵਿੱਚ ਹੀ ਕਥਾ ਪ੍ਰਾਰੰਭ ਕੀਤੀ ਸੀ। ਅਤੇ ਅੱਜ ਗੁਰੂ ਮਹਾਰਾਜ ਜੀ ਦੀ ਆਪਣੀ ਕਥਾ ਆ ਰਹੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਵੇਂ ਆਪਣੀ ਕਥਾ ਆਪ ਕਥਨ ਕਰ ਰਹੇ ਹੈ, ਉਸ ਕਥਾ ਨੂੰ ਆਪਾਂ ਸਰਵਣ ਕਰੀਏ। ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਅਬ ਮੈਂ ਆਪਣੀ ਕਥਾ ਬਖਾਨਾ। ਚੌਪੀ ਛੰਦ ਲਿਖਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੱਖਾਂ ਨੂੰ ਕਹਿਣ ਲੱਗੇ, ਖਾਲਸਾ ਜੀ ਸਿੰਘੋ, ਹੁਣ ਪਹਿਲਾਂ ਤਾਂ ਵੱਡਿਆਂ ਸਤਿਗੁਰਾਂ ਦੀ ਕਥਾ ਤਰਤੀਬਵਾਰ ਦੱਸੀ ਹੈ, ਆਪਣਾ ਬੰਸ ਦੱਸਿਆ ਹੈ, ਬੰਸ ਕਿਵੇਂ ਚੱਲਿਆ, ਬੇਦੀ ਬੰਸ ਕਿਵੇਂ ਚੱਲੀ, ਕਿਹੜੇ ਕਿਹੜੇ ਸਤਿਗੁਰੂ ਕਿਵੇਂ ਕਿਵੇਂ ਸੁਭਾਏਮਾਨ ਹੋਏ, ਉਹ ਦੱਸਿਆ ਸੰਖੇਪ ਦੇ ਰੂਪ ਵਿੱਚ। ਹੁਣ ਖਾਲਸਾ ਜੀ ਅਸੀਂ ਆਪਣੀ ਕਥਾ ਬਖਾਨੋ ਵਰਣਨ ਕਰਦੇ ਕਹਿੰਦੇ ਹਾਂ। ਤਪ ਸਾਧਤ ਜਿਹ ਬਿਦ ਮੋਹਿਆਨਾ। ਜਿਸ ਤਰ੍ਹਾਂ ਤਪ ਸਾਧਦਿਆਂ, ਤਪ ਕਰਦਿਆਂ, ਤਪ ਦੇ ਨਾਲ ਤਪ ਕਰਦਿਆਂ ਬੜਾ ਲੰਬਾ ਚੌਂਕੜਾ ਮਰਦਿਆਂ, ਜਿਸ ਤਰ੍ਹਾਂ ਅਸਾਂ ਨੇ ਤਪ ਸਾਧਦਿਆਂ ਸਾਧਦਿਆਂ ਸਾਨੂੰ ਵਾਹਿਗੁਰੂ ਪਰਮੇਸ਼ਰ ਨੇ ਇਸ ਲੋਕ ਵਿੱਚ ਜਿਹ ਬਿਦ, ਜਿਸ ਤਰ੍ਹਾਂ ਮੋਹਿ ਕਹੀਏ ਸਾਨੂੰ ਲਿਆਂਦਾ ਇਸ ਮਾਤ ਲੋਕ ਤੇ। ਹੇਮਕੁੰਟ ਪਰਬਤ ਹੈ ਜਹਾਂ। ਖਾਲਸਾ ਜੀ ਜਿੱਥੇ ਅੱਜ ਕੱਲ੍ਹ ਹੇਮਕੁੰਟ ਪਰਬਤ ਹੈ, ਹੇਮ ਕਹੀਦਾ ਬਰਫ਼ ਨੂੰ, ਕੁੰਟ ਕਹੀਦਾ ਕੁੰਡ ਨੂੰ ਜਾਂ ਪਹਾੜ ਨੂੰ, ਜੋ ਬਰਫ਼ ਦਾ ਹੀ ਪਹਾੜ ਹੈ। ਜਿੱਥੇ ਹੇਮਕੁੰਟ ਕਹੀਏ ਬਰਫ਼ ਦਾ ਪਹਾੜ ਹੈ ਬਹੁਤ ਵੱਡਾ। ਸਪਤ ਸਰੰਗ ਸ਼ੋਭਿਤ ਹੈ ਤਹਾਂ। ਉਸ ਪਹਾੜ ਦੇ ਉੱਪਰ ਸਪਤ ਸਰੰਗ, 7 ਚੋਟੀਆਂ ਉੱਥੇ ਸ਼ੋਭਦੀਆਂ ਹੈ। 7 ਚੋਟੀਆਂ, ਸਰੰਗ ਕਹੀਦਾ ਚੋਟੀ ਨੂੰ ਜਾਂ ਟਿੱਲੇ ਨੂੰ, 7 ਟਿੱਲੇ 7 ਚੋਟੀਆਂ ਜਿੱਥੇ ਸ਼ੋਭਦੀਆਂ ਹੈ। ਤੇ ਖਾਲਸਾ ਜਿੱਥੇ ਹੇਮਕੁੰਟ ਬਰਫ਼ ਦਾ ਪਹਾੜ, ਬਰਫ਼ ਹੀ ਬਰਫ਼ ਪੈਂਦੀ ਹੈ, ਉਹ ਜਿੱਥੇ 7 ਚੋਟੀਆਂ ਵਾਲਾ ਪਹਾੜ ਸ਼ੋਭਦਾ ਹੈ, 7 ਚੋਟੀਆਂ ਦਿਖਦੀਆਂ ਹੁਣ ਵੀ। ਜੇ ਕਿਤੇ ਧੁੱਪ ਲੱਗੀ ਹੋਵੇ, ਇੱਥੋਂ ਨਹੀਂ ਉੱਥੇ ਜਦੋਂ ਧੁੱਪ ਲੱਗਦੀ ਉਹ 7 ਚੋਟੀਆਂ ਦਿਖਦੀਆਂ।
ਹੋਰ ਕਿਤੇ ਕਿਸੇ ਪਹਾੜ 'ਤੇ 7 ਚੋਟੀਆਂ ਨਹੀਂ ਹੈ। ਤਾਂ ਹੀ ਇਹ ਜਿਹੜਾ ਸੁਭਾਏਮਾਨ ਸਥਾਨ ਗੁਰੂ ਕਾ ਪ੍ਰਗਟ ਹੋਇਆ, ਥੋੜ੍ਹਾ ਸਮਾਂ ਹੀ ਹੋਇਆ ਹੇਮਕੁੰਟ ਸਥਾਨ ਨੂੰ ਪ੍ਰਗਟ ਹੋਏ ਨੂੰ। ਬਹੁਤੇ ਲੋਕ ਤੇ ਜਿਹੜੇ ਮੰਨਣ ਨੂੰ ਤਿਆਰ ਨਹੀਂ। ਗੁਰੂ ਕੀਆਂ ਸੰਗਤਾਂ ਜਦੋਂ ਖੁੱਲ੍ਹਦੇ ਆ, ਜੇਠ ਹਾੜ ਦੇ ਮਹੀਨੇ ਦੇ ਕਰੀਬ ਖੁੱਲ੍ਹਦਾ ਹੇਮਕੁੰਟ ਸਾਹਿਬ ਸੱਚਖੰਡ ਵਾਲਾ ਸਥਾਨ 'ਤੇ ਸੰਗਤਾਂ ਜਾਂਦੀਆਂ, ਕਿਉਂਕਿ 2-3 ਮਹੀਨੇ ਦਰਸ਼ਨ ਕਰਨ ਨੂੰ ਤੇ ਥਾਂ ਹੁੰਦੀ। ਬਾਅਦ 'ਚ ਇਹਦੇ ਬਰਫ ਹੀ ਬਰਫ ਪੈਂਦੀ ਰਹਿੰਦੀ। ਦੱਸ ਰਹੇ ਮਹਾਰਾਜ ਜਿੱਥੇ ਖਾਲਸਾ ਜੀ ਪਰਬਤ ਹੈ ਬਰਫ ਹੀ ਬਰਫ ਦਾ, ਅਤੇ 7 ਚੋਟੀਆਂ ਸੋਭਦੀਆਂ ਉੱਥੇ ਪਹਾੜ ਉੱਪਰ ਉੱਚੀਆਂ ਉੱਚੀਆਂ। ਸਪਤ ਸਰੰਗ ਤਿਹ ਨਾਮ ਕਹਾਵਾ। ਉਸ ਪਹਾੜ ਦਾ ਨਾਮ, ਉਸ ਪਹਾੜ ਜਿਸ ਨੇ 7 ਚੋਟੀਆਂ ਵਾਲਾ ਨਾਮ ਕਹਾਇਆ ਹੈ, ਕਿਹਾ ਜਾਂਦਾ ਸਪਤ ਸਰੰਗ ਉਸ ਦਾ ਨਾਮ। ਪੰਡ ਰਾਜ ਜਿਹ ਜੋਗ ਕਮਾਵਾ। ਜਿੱਥੇ ਪੰਡ ਰਾਜੇ ਨੇ ਜੋਗ ਕਮਾਇਆ ਸੀ। ਪੰਡੂ ਰਾਜਾ ਜੋ ਪਾਂਡਵਾਂ ਦਾ ਪਿਤਾ ਸੀ, ਜੋ ਯੁਧਿਸ਼ਟਰ, ਨਕੁਲ, ਸਹਿਦੇਵ, ਭੀਮਸੈਨ ਇਹ ਜਿਹੜੇ ਹੋਏ ਆ ਯੁਧਿਸ਼ਟਰ ਹੋਣੀ, ਇਹਨਾਂ ਦੇ ਪਿਤਾ ਸਨ ਪੰਡੂ, ਪਾਂਡਵ, ਜਿਹਨੂੰ ਤਾਂ ਇਹਨਾਂ ਦਾ ਨਾਮ ਪਾਂਡਵ ਪਿਆ ਸੀ। ਜਿੱਥੇ ਖਾਲਸਾ ਜੀ ਪੰਡੂ ਯੁਧਿਸ਼ਟਰ ਹੋਣਾ ਦੇ ਪਿਤਾ ਹੋਣਾ ਨੇ ਬੜਾ ਤਗੜਾ ਜੋਗ ਕਮਾਇਆ ਸੀ ਦੁਆਪਰ ਦੇ ਵਿੱਚ, ਅਤੇ ਉਹ ਬਹੁਤ ਲੋਕ ਜਿਹੜੇ ਜਾਂਦੇ ਹੇਮਕੁੰਟ ਸਾਹਿਬ ਉਹਨਾਂ ਨੂੰ ਨਹੀਂ ਇਸ ਪੰਡੂ ਰਾਜ ਦੇ ਮੰਦਰ ਦਾ ਪਤਾ, ਕਿਉਂਕਿ ਜਿਹੜੇ ਕੋਈ ਮਹਾਂਪੁਰਸ਼ ਕਮਾਈ ਵਾਲੇ ਜਾਣ ਅਤੇ ਉਹਨਾਂ ਦਾ ਇਹ ਸੁਭਾਅ ਹੁੰਦਾ ਵੀ ਜਿੱਥੇ ਜਾਣਾ ਉੱਥੇ ਸਾਰੇ ਇਤਿਹਾਸ ਦੇਖਣੇ, ਸਾਰੀਆਂ ਥਾਵਾਂ ਵੇਖਣੀਆਂ, ਕਿੱਥੇ ਕੀ ਹੋਇਆ, ਕਿਵੇਂ ਮਹਾਰਾਜ ਦੀ ਨਿਸ਼ਾਨੀਆਂ। ਜਿਹੜੇ ਕੋਈ ਆਮ ਜਾਣ ਵਾਲੇ ਉਹ ਥੋੜ੍ਹਾ ਜਿਹਾ ਮੱਥਾ ਜਿਹਾ ਟੇਕ ਕੇ ਅਤੇ ਫਿਰ ਇੱਧਰ ਉੱਧਰ ਹੀ ਟਾਈਮ ਆਪਣਾ ਗੁਜ਼ਾਰ ਲੈਂਦੇ, ਫੋਟੋਆਂ ਖਿੱਚ ਖੁੱਚ ਕੇ। ਪਰ ਮਹਾਂਪੁਰਸ਼ਾਂ ਦਾ ਸੁਭਾਅ ਹੁੰਦਾ ਇਤਿਹਾਸ ਵੇਖਣਾ, ਸਥਾਨ ਵੇਖਣੇ, ਖੋਜ ਕਰਨੀ। ਜਿਹੜਾ ਗੋਬਿੰਦ ਘਾਟ ਸਥਾਨ ਹੈ ਹੇਮਕੁੰਟ ਸਾਹਿਬ ਜਾਂਦਿਆਂ ਰਸਤੇ ਵਿੱਚ, ਉੱਥੋਂ ਕਿਲੋਮੀਟਰ ਦੀ ਵਿੱਥ 'ਤੇ ਇਹ ਪੰਡੂ ਰਾਜੇ ਦਾ ਮੰਦਰ ਹੈ, ਅਤੇ ਉੱਥੇ ਲਿਖਿਆ ਹੋਇਆ ਵੀ ਇੱਥੇ ਪੰਡੂ ਰਾਜੇ ਨੇ ਬੜਾ ਤਗੜਾ ਯੋਗ ਕਮਾਇਆ, ਤਪ ਕੀਤਾ ਹੈ। ਜੇ ਕੋਈ ਪੁੱਛ ਲਏ ਇੱਥੋਂ ਗੋਬਿੰਦ ਘਾਟ ਤੋਂ ਵੀ ਪੰਡੂ ਰਾਜ ਦਾ ਮੰਦਰ ਕਿੱਥੇ ਹੈ, ਅਤੇ ਉਹ ਦੱਸ ਦਿੰਦੇ ਹਨ ਵੀ ਇੱਧਰ ਹੀ ਹੈ, ਨੇੜੇ ਹੀ ਹੈ, ਅਤੇ ਉੱਥੇ ਉਸਨੇ ਯੋਗ ਕਮਾਇਆ ਹੈ ਪੰਡੂ ਰਾਜੇ ਨੇ। ਕਿ ਮਹਾਰਾਜ ਜੀ ਉਹੀ ਦੱਸ ਰਹੇ ਹੈ। ਅਤੇ ਮਹਾਂਪੁਰਸ਼ ਜਿਹੜੇ ਉੱਥੇ ਜਾਂਦੇ ਆ, ਕਈ ਦਰਸ਼ਨ ਕਰਕੇ ਆਉਂਦੇ ਉਸ ਮੰਦਰ ਦਾ। ਅਤੇ ਕਈ ਲੋਕ ਜਿਹੜੇ ਕੋਈ ਕੱਟੜਵਾਦੀ ਲੋਕ, ਉਹ ਕਹਿੰਦੇ ਵੀ ਅਸੀਂ ਉੱਥੇ ਕੋ ਜਾਣਾ ਹੈ, ਸਾਡਾ ਕੀ ਕੰਮ ਉੱਥੇ, ਸਾਡਾ ਕੀ ਲੱਗਦਾ ਹੈ ਪਾਂਡੂ, ਸਾਡਾ ਤਾਂ ਕੋਈ ਮਤਲਬ ਨਹੀਂ। ਜਿਵੇਂ ਆ ਮਿਸ਼ਨਰੀ ਵੀਰ ਹੁਣ ਵੀ ਮੁਨਕਰ ਕਹਿੰਦੇ ਵੀ ਹੇਮਕੁੰਟ ਸਾਹਿਬ ਨਾਲ ਸਾਡਾ ਕੀ ਲੈਣਾ ਦੇਣਾ, ਉਹ ਇਹ ਗੱਲ ਕਹਿੰਦੇ। ਅੰਤ ਭਾਈ ਉੱਥੇ ਵੀ ਗੁਰੂ ਨੇ ਤਪੱਸਿਆ ਕੀਤੀ ਹੈ ਪਿਛਲੇ ਯੁੱਗ 'ਚ, ਅਤੇ ਕਹਿੰਦੇ ਵੀ ਪਿਛਲੇ ਯੁੱਗ 'ਚ ਕੀਤੀ, ਸਾਡੇ ਕਿਹੜੇ ਗੁਰੂ ਸਨ, ਸਾਡੇ ਗੁਰੂ ਤਾਂ ਬਣੇ ਹੈ ਜਦੋਂ 9ਵੇਂ ਪਾਤਸ਼ਾਹ ਜੀ ਨੇ ਸ਼ਹੀਦੀ ਦਿੱਤੀ, ਗੁਰਿਆਈ ਤਿਲਕ ਮਿਲਿਆ, ਸਾਡੇ ਗੁਰੂ ਬਣੇ ਉਦੋਂ। ਪਹਿਲਾਂ ਸਨ ਹੋਣਗੇ ਅਤੇ ਹੋਣਗੇ, ਜਦੋਂ ਗੁਰਤਾ ਦਿੱਤੀ ਉਦੋਂ ਸਾਡੇ ਗੁਰੂ ਹੈ। ਇਸ ਕਰਕੇ ਹੇਮਕੁੰਟ ਸਾਹਿਬ ਨਾਲ ਤਾਂ ਜਾਣ ਦਾ ਸਾਡਾ ਕੋਈ ਮਤਲਬ ਹੀ ਨਹੀਂ ਹੈ। ਕਈ ਜਦੋਂ ਮਿਸ਼ਨਰੀ ਵੀਰ ਕਥਾ ਕਰਦੇ ਨਾ, ਅਤੇ ਉਹਨਾਂ ਨੇ ਜਿਹੜੇ ਵੀ ਗੁਰੂ ਦੀ ਕਥਾ ਕਰਨੀ ਹੈ, ਪਿਛਲੀ ਕਥਾ ਕਰਦਿਆਂ ਜਿਵੇਂ ਗੁਰੂ ਅਮਰਦਾਸ ਜੀ ਦੀ ਕਥਾ, ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਕਥਾ, ਜਿਹੜੇ ਕੋਈ ਸੰਪਰਦਾਇ ਵਿਦਿਆਰਥੀ ਕਥਾ ਕਰਨਗੇ ਤਾਂ ਉਹਨਾਂ ਕਹਿਣਾ ਵੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬੜੀ ਸੇਵਾ ਕੀਤੀ, ਮਹਾਰਾਜ ਜੀ ਦੀ ਪਹਿਲਾਂ ਇੱਦਾਂ। ਅਤੇ ਉਹਨਾਂ ਜਦੋਂ ਕਥਾ ਦਾ ਪ੍ਰਸੰਗ ਸ਼ੁਰੂ ਕਰਨਾ, ਉਹਨਾਂ ਇੱਦਾਂ ਕਹਿਣਾ, ਬਾਬਾ ਅਮਰਦਾਸ ਨੇ 12 ਸਾਲ ਗਾਗਰ ਢੋਈ, ਬਾਬਾ ਅਮਰਦਾਸ ਨੇ ਐਵੇਂ ਸੇਵਾ ਕੀਤੀ, ਐਵੇਂ ਸੇਵਾ ਕਰਦਿਆਂ ਇੱਕ ਦਿਨ ਗੱਦੀ ਮਿਲੀ, ਜਿੱਦਣ ਗੱਦੀ ਦਾ ਤਿਲਕ ਲੱਗਾ ਫਿਰ ਗੁਰੂ ਅਮਰਦਾਸ ਜੀ ਬਣੇ। ਉਹਨਾਂ ਜਦੋਂ ਇਤਿਹਾਸ ਸੁਣਾਉਣਾ ਨਾ ਪਿਛਲਾ ਸਾਰਾ ਗੁਰੂਆਂ ਦਾ, ਜੋ ਪਹਿਲੇ ਸੇਵਾ ਕੀਤੀ, ਉਹਦੇ ਵਿੱਚ ਗੁਰੂ ਦਾ ਨਾਮ ਨਹੀਂ ਪੂਰਾ ਲੈਣਾ ਵੀ ਗੁਰੂ ਅੰਗਦ ਦੇਵ ਜੀ ਨੇ ਬਾਅਦ ਸੇਵਾ ਕੀਤੀ ਜਾਂ ਗੁਰੂ ਅਮਰਦਾਸ ਜੀ ਨੇ ਬੜੀ ਸੇਵਾ ਕੀਤੀ। ਪਹਿਲਾਂ ਤਾਂ ਬਾਬਾ ਹੀ ਕਹਿੰਦੇ ਕਹਿਣਾ, ਗੁਰੂ ਨਹੀਂ ਕਹਿਣਾ। ਗੁਰੂ ਦੇ ਬਣੇ ਬਾਅਦ 'ਚ ਜਦੋਂ ਗੱਦੀ ਮਿਲੀ ਹੈ, ਅਤੇ ਇਸ ਕਰਕੇ ਉਹ ਇਤਿਹਾਸ ਸੁਣਾਉਂਦੇ ਵੀ ਉਸੇ ਤਰ੍ਹਾਂ ਖਿੱਚੀ ਲਿਆਉਣਗੇ।
ਤੇ ਜਿਹੜੇ ਕੋਈ ਸੰਪਰਦਾ ਦੇ ਵਿਦਿਆਰਥੀ ਆ, ਟਕਸਾਲਾਂ ਦੇ, ਮਹਾਂਪੁਰਸ਼ਾਂ ਗਿਆਨੀਆਂ ਦੇ ਪੜ੍ਹੇ, ਉਹਨਾਂ ਜਦੋਂ ਇਤਿਹਾਸ ਸੁਣਾਉਣਾ ਇਹੀ ਸੁਣਾਉਣਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸੇਵਾ ਕੀਤੀ, ਸਾਧ ਸੰਗਤ ਜੀ ਇਵੇਂ ਕੀਤੀ ਉਵੇਂ ਕੀਤੀ। ਤੇ ਉਹ ਕੱਟੜਵਾਦੀ ਕਹਿਣ ਤੋਂ ਭਾਵ ਵੀ ਗੁਰੂ ਨੂੰ ਵੀ ਪਹਿਲੀ ਸੇਵਾ ਕੀਤੀ ਨੂੰ ਗੁਰੂ ਨਹੀਂ ਮੰਨਦੇ, ਪਹਿਲਾਂ ਸੇਵਕ ਹੀ ਸਮਝ ਕੇ ਕਥਾ ਕਰਦੇ। ਜਦੋਂ ਗੱਦੀ ਦੇ ਦਿੰਦੇ ਨਾ, ਕਥਾ ਕਰਦਿਆਂ ਗੱਦੀ ਦਾ ਪ੍ਰਸੰਗ ਸੁਣਾ ਦੇਣਗੇ, ਫਿਰ ਕਹਿਣਗੇ ਵੀ ਹਾਂ ਹੁਣ ਗੁਰੂ ਸਾਡੇ ਹੋਏ। ਇਸੇ ਤਰ੍ਹਾਂ ਹੀ ਉਹ ਜਿਹੜਾ ਪਹਾੜ ਸਪਤ ਸਰਿੰਗ ਮਹਾਰਾਜ ਵਿੱਚ ਚਿੱਤਰਨਾਟ 'ਚ ਲਿਖਿਆ ਹੈ ਕਿ ਜਿੱਥੇ ਉੱਥੇ ਤਪ ਕੀਤਾ, ਉਹ ਕਹਿੰਦੇ ਵੀ ਸਾਡਾ ਇਹਦੇ ਨਾਲ ਕੀ ਲੈਣਾ ਦੇਣਾ, ਗੁਰੂ ਤੇ ਸਾਡੇ ਕਲਯੁਗ 'ਚ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਣੇ ਆ ਤੇ ਅਸੀਂ ਉੱਥੇ ਕੀ ਜਾਣਾ ਆਉਣਾ ਹੈ। ਹੁਣ ਸ੍ਰੀ ਹਜ਼ੂਰ ਸਾਹਿਬ ਵਾਲਾ ਸਥਾਨ ਉਹ ਵੀ ਸਤਿਯੁਗੀ ਸਥਾਨ ਹੀ ਹੈ ਮਹਾਰਾਜ ਦਾ, ਦੁਸ਼ਟ ਦਮਨ ਰੂਪ 'ਚ ਉੱਥੇ ਵੀ ਗਏ ਹੈ ਕਿ ਫਿਰ ਉਹ ਕਿਉਂ ਮੰਨਣ 'ਚ ਯੋਗ ਹੈ। ਪਰ ਉਹ ਇਸੇ ਤਰ੍ਹਾਂ ਕਰਾ ਲੈਂਦੇ। ਅਤੇ ਜਿਹੜੇ ਮਹਾਂਪੁਰਸ਼ ਹੁਣ ਪੰਡੂ ਦਾ ਜਿਹੜਾ ਪਾਂਡਵ ਦਾ ਬਣਿਆ ਮੰਦਰ, ਜਿਸ ਯੋਗ ਸਾਧਨਾ ਕੀਤੀ, ਉੱਥੇ ਚਲੇ ਜਾਂਦੇ ਆ ਦਰਸ਼ਨ ਕਰਨ, ਵਿਵੇਕ ਆਉਂਦੇ ਆ। ਉਹ ਕੱਟੜਵਾਦੀ ਕਹਿੰਦੇ ਵੀ ਸਾਡਾ ਕੀ ਉੱਥੇ ਲੈਣਾ ਦੇਣਾ, ਅਸੀਂ ਕੋਈ ਜਾਣਾ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਿਧਾਂਤ ਨਹੀਂ। ਜੇ ਸੱਚੇ ਪਾਤਸ਼ਾਹ ਜੀ ਕੱਟੜਵਾਦ ਵਿੱਚ ਹੁੰਦੇ ਨਾ ਉਦੋਂ, ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਮੱਕੇ 'ਚ ਨਾ ਜਾਂਦੇ, ਅਮਰਨਾਥ ਨਾ ਜਾਂਦੇ, ਜਗਨਨਾਥਪੁਰੀ ਨਾ ਜਾਂਦੇ, ਮਥੁਰੇ ਨਾ ਜਾਂਦੇ, ਕਾਂਸੀ ਨਾ ਜਾਂਦੇ। ਗੁਰੂ ਸੱਚੇ ਪਾਤਸ਼ਾਹ ਜੀ ਸਭ ਦੀ ਸੁਣੀ ਹੈ, ਸਭ ਨੂੰ ਸਿੱਖਿਆ ਦਿੱਤੀ ਹੈ। ਇਹ ਗੁਰੂ ਘਰ ਦਾ ਤੇ ਸਿਧਾਂਤ ਸਭ ਨਾਲ ਮਿਲਵਾਂ ਵੀ ਹੈ ਅਤੇ ਸਭ ਤੋਂ ਵੱਖਰਾ ਵੀ ਹੈ। ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦਾ ਸਿਧਾਂਤ, ਬੰਦਗੀ ਵਾਲਿਆਂ ਦੇ ਦਰਸ਼ਨ ਕਰਨੇ, ਉਹਨਾਂ ਦੇ ਸਥਾਨ ਵੇਖਣੇ, ਕੋਈ ਪਾਪ ਨਹੀਂ। ਗੁਰੂ ਮਹਾਰਾਜ ਜੀ ਦੇ ਵੇਖੋ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਅੰਕਿਤ ਹੈ ਭਗਤਾਂ ਦੀ, ਅਤੇ ਕੋਈ ਕਿਸੇ ਜਾਤੀ ਦਾ, ਕੋਈ ਕਿਸੇ ਜਾਤੀ ਦਾ, ਪਰ ਬੰਦਗੀ ਕਰਕੇ ਹੀ ਹੈ ਨਾ ਬਾਣੀ ਲਿਖੀ। ਅਤੇ ਜੇ ਮਹਾਰਾਜ ਕੱਟੜਵਾਦ ਕੱਟੜਤਾਈ ਕਰਦੇ ਅਤੇ ਬਾਣੀ ਨਾ ਲਿਖਦੇ। ਹੁਣ ਆ ਜਿਹੜੇ ਇਹੋ ਜਿਹੇ ਕੱਟੜਵਾਦੀ ਲੋਕ ਜੇ ਉਦੋਂ ਹੁੰਦੇ ਤਾਂ ਇਹਨਾਂ ਬਾਣੀ ਲਿਖਣ ਨਹੀਂ ਸੀ ਦੇਣੀ। ਇਹਨਾਂ ਕਹਿਣਾ ਸੀ ਬਾਣੀ ਨਹੀਂ ਲਿਖਣੀ, ਇਹ ਤਾਂ ਮੁਸਲਮਾਨ, ਇਹ ਤਾਂ ਜੁਲਾਹਾ ਹੈ, ਇਹ ਤਾਂ ਨਾਈ ਹੈ, ਇਹ ਤਾਂ ਐਸਾ ਹੈ, ਅਤੇ ਜਿਹੜਾ ਹੈ ਚੁਮਿਆਰ ਹੈ, ਇਹਨਾਂ ਲਿਖਣ ਨਹੀਂ ਸੀ ਦੇਣੀ। ਜੇ ਸਾਡੇ ਵਰਗੇ ਉਦੋਂ ਕਿਤੇ ਹੁੰਦੇ ਤੇ ਇਸ ਕਰਕੇ ਕੱਟੜਵਾਦ ਜਿਹੜਾ ਲੋਕਾਂ ਨੇ ਬਣਾਇਆ ਹੋਇਆ, ਕੱਟੜਵਾਦੀ ਕਿਤੇ ਆ ਜਿਵੇਂ ਗੁਰਬਾਣੀ 'ਚ ਹੁਣ ਸਾਰੇ ਅਵਤਾਰਾਂ ਦੀ ਕਥਾ ਆ ਜਾਂਦੀ ਹੈ। ਬਹੁਤ ਲੋਕ ਜਿਹੜੇ ਇਹੋ ਜਿਹੇ ਪ੍ਰਭਾਵ ਥੱਲੇ ਨਾ, ਮਿਸ਼ਨਰੀ ਪ੍ਰਭਾਵ ਥੱਲੇ, ਜਾਂ ਕੋਈ ਆਪਣੇ ਆਪ ਨੂੰ ਬਹੁਤ ਹੀ ਸਿੰਘੜੇ ਮੰਨਦੇ ਆ, ਉਹ ਤਾਂ ਕਿਤੇ ਸੁਣ ਕੇ ਰਾਜੀ ਨਹੀਂ ਕਿਸੇ ਦੂਜੇ ਅਵਤਾਰ ਦੀ ਕਥਾ। ਹੁਣ ਦਸਮ ਗ੍ਰੰਥ ਸਾਹਿਬ ਵਿੱਚ ਸਾਰੇ ਅਵਤਾਰਾਂ ਦੀ ਕਥਾ ਲਿਖੀ ਹੋਈ। ਗੁਰੂ ਮਹਾਰਾਜ ਜੀ ਦੇ ਸਾਧ ਸੰਗਤ ਜੀ ਜਿਹੜੇ ਕੋਈ ਭਗਤ ਹੈ ਪਰਮਾਤਮਾ ਦੇ, ਉਹਨਾਂ ਸਾਰੇ ਪੂਜਣ ਯੋਗ, ਮੰਨਣ ਯੋਗ, ਪਾਵਨ ਦੀ ਭਗਤੀ ਕਰਕੇ ਉਹਨੂੰ ਸਲਾਮ ਹੈ, ਸਤਿਕਾਰ ਸਭ ਦਾ ਕਰਨਾ ਹੈ, ਰਹਿਣਾ ਆਪਣੇ ਇਸ਼ਟ ਗੁਰੂ 'ਤੇ ਹੈ। ਇਸ ਤਰ੍ਹਾਂ ਉਹ ਜਦੋਂ ਗੋਬਿੰਦ ਘਾਟ ਜਾਈਦਾ ਹੈ, ਉੱਥੋਂ ਕਿਲੋਮੀਟਰ ਵਿੱਥ 'ਤੇ ਪੰਡੂ ਰਾਜੇ ਦਾ ਜਿਹੜਾ ਮੰਦਰ ਬਣਿਆ ਹੋਇਆ, ਉੱਥੇ ਲਿਖਿਆ ਹੋਇਆ ਸਾਰਾ ਵੀ ਇੱਥੇ ਉਹਨੇ ਜੋ ਕਮਾਇਆ ਸੀ। ਗੁਰੂ ਮਹਾਰਾਜ ਕਹਿੰਦੇ ਖਾਲਸਾ ਜੀ, ਜਿੱਥੇ ਪਾਂਡੂ ਰਾਜੇ ਨੇ ਜੋਗ ਕਮਾਇਆ ਹੈ ਸਪਤ ਸਰਿੰਗ ਪਹਾੜੀ ਦੇ ਕੋਲ, ਤਹ ਹਮ ਅਧਿਕ ਤਪੱਸਿਆ ਸਾਧੀ। ਉਸੇ ਸਥਾਨ 'ਤੇ ਬੈਠ ਕੇ ਅਸਾਂ ਨੇ ਵੀ ਬੜੀ ਅਧਿਕ, ਬਹੁਤ ਜ਼ਿਆਦਾ ਤਪੱਸਿਆ ਸਾਧੀ ਕੀਤੀ, ਕਠਿਨ ਤਪੱਸਿਆ ਕੀਤੀ, ਚੌਂਕੜਾ ਮਾਰ ਕੇ ਦੁਸ਼ਟ ਦਮਨ ਰੂਪ 'ਚ। ਮਹਾਕਾਲ ਕਾਲ ਕਾ ਆਰਾਧੀ। ਤੇ ਜੋ ਬਹੁਤ ਸਮਾਂ ਮਹਾਕਾਲ ਹੈ ਨਾ ਪ੍ਰਭੂ, ਉਸ ਪ੍ਰਭੂ ਦੀ ਆਰਾਧਨਾ ਕੀਤੀ। ਜੋ ਮਹਾਕਾਲ ਹੈ ਅਤੇ ਉਹ ਮਹਾਕਾਲ ਦਾ ਵੀ ਜੋ ਕਾਲ ਹੈ ਉਸ ਦੀ ਆਰਾਧਨਾ ਕੀਤੀ। ਜਾਂ ਜੋ ਮਹਾਕਾਲ ਕਾਲਕਾ ਕਹੀਏ ਸ਼ਕਤੀ ਹੈ, ਜੋ ਸ਼ਕਤੀ ਸੰਪੰਨ ਵਾਹਿਗੁਰੂ ਉਸ ਦੀ ਆਰਾਧਨਾ ਕੀਤੀ। ਇਹ ਬਿਦ ਕਰਤ ਤਪੱਸਿਆ ਭਇਓ। ਇਸ ਤਰ੍ਹਾਂ ਕਰਦ ਤਪੱਸਿਆ ਇਹ ਬਿਦ ਭਇਓ, ਅਰਥ ਵਾਸਤੇ
ਇਸ ਤਰ੍ਹਾਂ ਖਾਲਸਾ ਜੀ ਤਪੱਸਿਆ ਕਰਦਿਆਂ ਸਾਨੂੰ ਘੋਰ ਤਪੱਸਿਆ ਕਰਦਿਆਂ ਬਹੁਤ ਸਮਾਂ ਜਦੋਂ ਹੋ ਗਿਆ, ਦਵੈ ਤੇ ਏਕ ਰੂਪ ਹੋਇ ਗਇਓ। ਫਿਰ ਅਸੀਂ ਦੋਹਾਂ ਤੋਂ ਇੱਕ ਰੂਪ ਹੋ ਗਏ। ਭਰਾ ਭਾਵ ਪ੍ਰਭੂ ਤੇ ਅਸੀਂ ਇੱਕ ਰੂਪ ਹੋ ਗਏ। ਐਸੀ ਅਵਸਥਾ ਹੋ ਗਈ ਕਿ ਅਬ ਤੋ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ। ਰਾਮ ਕਬੀਰਾ ਏਕ ਪਹਿ ਕੋਈ ਨਾ ਸਕੇ ਪਛਾਨੀ। ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ ਜਦ ਦੇਖੋ ਤਤ ਤੂੰ। ਐਸੇ ਹੋ ਗਏ ਸਾਧ ਸੰਗਤ ਜੀ ਅਸੀਂ। ਹਰ ਕਾ ਸੇਵਕ ਸੋ ਹਰਿ ਹੀ ਜਿਹਾ। ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੀਂ। ਜਿਉ ਜਲ ਮਹਿ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ। ਜਿਵੇਂ ਸਮਾ ਜਾਈਦਾ ਨਾ, ਇਸ ਸਤਿਗੁਰੂ ਜੀ ਕਹਿੰਦੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਇਵੇਂ ਖਾਲਸਾ ਜੀ ਤਪ ਤਪੱਸਿਆ ਕਰਦਿਆਂ ਘੋਰ ਬਹੁਤ ਸਮਾਂ ਜਦੋਂ ਬੀਤ ਗਿਆ, ਤਦੋਂ ਅਸੀਂ ਦੋਹਾਂ ਤੋਂ ਇੱਕ ਰੂਪ ਹੋ ਗਏ, ਭਾਵ ਅਕਾਲ ਅਪੁਰਖ ਰੂਪ ਹੋ ਗਏ। ਤਾਤ ਮਾਤ ਮੁਰ ਅਲਖ ਅਰਾਧਾ। ਐਸੀ ਅਰਾਧਨਾ ਕੀਤੀ ਕੋਈ ਭੇਦ ਨਾ ਰਿਹਾ। ਤੇ ਜੋ ਸਾਡੇ ਤਾਤ ਕਹੀਏ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਜੀ ਸਨ ਮਾਤਾ ਗੁਜਰ ਕੌਰ ਜੀ, ਉਹਨਾਂ ਨੇ ਜੋ ਲਖੇ ਨਾ ਜਾਣ ਵਾਲਾ ਨਾ ਜਾਣੇ ਜਾਣ ਵਾਲਾ ਵਾਹਿਗੁਰੂ ਉਸ ਦੀ ਅਰਾਧਨਾ ਕੀਤੀ। ਬਹੁ ਬਿਧ ਜੋਗ ਸਾਧਨਾ ਸਾਧਾ। ਤੇ ਬਹੁਤ ਤਰ੍ਹਾਂ ਨਾਲ ਜੋਗ ਸਾਧਨਾ ਸਾਧਾ, ਜੋਗ ਦੀ ਸਾਧਨਾ ਸਾਧੀ ਕੀਤੀ। ਤਾਤ ਮਾਤ ਮੁਰ ਅਲਖ ਅਰਾਧਾ। ਸੱਚੇ ਪਾਤਸ਼ਾਹ ਜੀ ਦੇ ਮਾਤਾ ਪਿਤਾ ਨੇ ਬਹੁਤ ਉਸ ਵਾਹਿਗੁਰੂ ਨੂੰ ਅਰਾਧਿਆ। ਗੁਰੂ ਸਾਹਿਬ ਜੀ ਦਾ ਇਸ਼ਾਰਾ ਉਸ ਵੱਲ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ 26 ਸਾਲ 9 ਮਹੀਨੇ ਤੇ ਕੁਝ ਦਿਨ, ਕੁਝ ਪਲ, ਕੁਝ ਘੰਟੇ ਘੜੀਆਂ ਬਾਬੇ ਬਕਾਲੇ ਵਿਖੇ ਤਪ ਤਪੱਸਿਆ ਕੀਤੀ। ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ ਅਸਾਮ ਦੇਸ਼ ਨੂੰ ਗਏ ਤੇ ਇੱਧਰ ਪ੍ਰਯਾਗਰਾਜ ਤ੍ਰਿਵੇਣੀ ਹੈ ਇਲਾਹਾਬਾਦ, ਇੱਥੇ ਹੀ ਸਤਿਗੁਰੂ ਜੀ ਗਏ। ਇੱਥੇ ਹੀ ਤਪ ਤਪੱਸਿਆ ਮਹਾਰਾਜ ਜੀ ਨੇ ਕੀਤੀ ਸੀ। 6 ਮਹੀਨੇ ਗੁਰੂ ਸਾਹਿਬ ਉੱਥੇ ਰਹੇ। ਨਾਲ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਹੋਰ ਗੁਰੂ ਕੀ ਸਿੱਖ ਸੰਗਤ ਇਲਾਹਾਬਾਦ ਤ੍ਰਿਵੇਣੀ ਪ੍ਰਯਾਗਰਾਜ ਸੱਚੇ ਪਾਤਸ਼ਾਹ ਜੀ ਰਹੇ ਸਨ। ਅਤੇ ਉੱਥੇ ਜਦੋਂ ਗਏ ਹੈ, ਇਹ ਸਥਾਨ ਬਣਿਆ ਇਲਾਹਾਬਾਦ ਸ਼ਹਿਰ ਦੇ ਵਿੱਚ ਹੀ। ਜਿਹੜੇ ਸਾਡੇ ਜਾਂਦੇ ਨਾ ਕੋਈ ਇੱਧਰ ਉੱਧਰ, ਉਹ ਬਾਰ-ਬਾਰ ਤੁਰੇ ਫਿਰਦੇ। ਜਿਹੜਾ ਅਸਲੀ ਸਥਾਨ ਵੇਖਣ ਵਾਲਾ ਇਹ ਨਹੀਂ ਵੇਖਦੇ, ਇਹਦਾ ਪਤਾ ਹੀ ਨਹੀਂ ਬਹੁਤਿਆਂ ਨੂੰ। ਨਿਰਮਲੇ ਜਿਹੜੇ ਸਾਧੂ ਆ ਉਹਨਾਂ ਕੋਲ ਸਥਾਨ ਦੀ ਸੇਵਾ ਹੈ। ਨਿਰਮਲੇ ਸਾਧੂਆਂ ਨੇ ਬੜਾ ਸੋਹਣਾ ਸਥਾਨ ਬਣਾਇਆ ਹੋਇਆ। ਸੰਗਤ ਦੀ ਉਂਝ ਆਵਾਜਾਈ ਘੱਟ ਹੀ ਹੈ ਉੱਥੇ। ਇਲਾਹਾਬਾਦ ਸਥਾਨ ਬਣਿਆ ਮਹਾਰਾਜ ਜੀ ਦਾ, ਜਿੱਥੇ ਮਾਤਾ ਗੁਜਰੀ ਜੀ ਨੇ ਰੋਜ਼ ਹੀ ਤਪ ਤਪੱਸਿਆ ਕਰਨੀ, ਅੰਮ੍ਰਿਤ ਵੇਲੇ ਇਸ਼ਨਾਨ ਆਦਿ ਕਿਰਿਆ ਕਰਕੇ ਤੇ 6 ਮਹੀਨੇ ਬਹੁਤ ਬੇਨਤੀਆਂ ਕੀਤੀਆਂ ਅਕਾਲ ਪੁਰਖ ਅੱਗੇ। ਉਹ ਜਿਸ ਖੂਹੀ 'ਚੋਂ ਇਸ਼ਨਾਨ ਕਰਦੇ ਰਹੇ, ਉਹ ਖੂਹੀ ਵੀ ਉੱਥੇ ਸੁਭਾਇਮਾਨ ਹੈ। ਅਤੇ ਇੱਥੇ ਹੀ ਜਿਹੜਾ ਸਾਧ ਸੰਗਤ ਜੀ ਅਖੰਡ ਪਾਠ ਹੋਇਆ ਹੈ। ਆ ਜਿਹੜੇ ਕਈਆਂ ਦਾ ਪ੍ਰਸ਼ਨ ਹੁੰਦਾ ਨਾ ਵੀ ਅਖੰਡ ਪਾਠ ਜਿਹੜਾ ਵੀ ਇਹਦੀ ਮਰਿਆਦਾ ਕਦੋਂ ਚੱਲੀ, ਅਖੰਡ ਪਾਠ ਕਦੋਂ ਚੱਲੇ ਹੈ। ਅਖੰਡ ਪਾਠ ਕੋਈ ਬਾਅਦ 'ਚ ਨਹੀਂ ਚੱਲੇ। ਅਖੰਡ ਪਾਠ ਦੀ ਮਰਿਆਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਾਇਮ ਕੀਤੀ। ਸੱਚੇ ਪਾਤਸ਼ਾਹ ਜੀ ਜਦੋਂ ਉੱਥੇ ਗਏ ਅਤੇ ਮਾਤਾ ਨਾਨਕੀ ਜੀ ਨੇ, ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮਾਤਾ ਜੀ ਸਨ, ਉਹਨਾਂ ਕਿਹਾ ਕਿ ਵੇਖੋ ਗੁਰੂ ਮਹਾਰਾਜ, ਸਾਨੂੰ ਹੁਕਮ ਸੀ ਤੁਹਾਡੇ ਪਿਤਾ ਗੁਰੂ ਜੀ ਦਾ ਕਿ ਤੁਸੀਂ ਪੋਤਰੇ ਨੂੰ ਖਿਡਾ ਕੇ ਅਤੇ ਫਿਰ ਸਾਡੇ ਕੋਲ ਸੱਚਖੰਡ ਆਉਣਾ। ਅਤੇ ਵੇਖ ਲਓ ਹੁਣ ਤੁਹਾਡੀ ਕਿੰਨੀ ਉਮਰ ਹੋ ਗਈ ਹੈ ਅਤੇ ਹਜੇ ਤੱਕ ਜਿਹੜਾ ਹੈ ਚਾਅ ਪੂਰਾ ਨਹੀਂ ਹੋਇਆ। ਹਜੇ ਤੱਕ ਸਾਡੀ ਉਹ ਭਾਵਨਾ ਪੂਰੀ ਨਹੀਂ ਹੋਈ। ਹੁਣ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਘਰ ਕੋਈ ਸਪੁੱਤਰ ਹੋਵੇ, ਅਸੀਂ ਉਹਨੂੰ ਖਿਡਾ ਕੇ ਉਹਦੇ ਕੌਤਕ ਵੇਖ ਕੇ ਤੁਹਾਡੇ ਸਪੁੱਤਰ ਦੇ ਅਤੇ ਫਿਰ ਅਸੀਂ ਸੱਚਖੰਡ ਪਿਆਨਾ ਕਰੀ। ਇਵੇਂ ਜਦੋਂ ਬੇਨਤੀਆਂ ਕੀਤੀਆਂ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ, ਮਾਤਾ ਜੀ ਵੀ ਚਾਹੁੰਦੇ ਸਨ, ਮਾਤਾ ਗੁਜਰੀ ਜੀ ਵੀ। ਗੁਰੂ ਤੇਗ ਬਹਾਦਰ ਜੀ ਨੇ ਕਿਹਾ ਵੀ ਵੇਖੋ ਮਾਤਾ ਜੀ, ਇਹਦੇ ਅਕਾਲ ਪੁਰਖ ਦੇ ਅਧੀਨ ਹੈ। ਹਾਂ, ਜੇ ਤੁਹਾਡੀ ਫਿਰ ਹੀ ਭਾਵਨਾ ਹੈ, ਇੱਛਾ ਹੈ, ਸ਼ਰਧਾ ਹੈ, ਪਿਤਾ ਗੁਰੂ ਜੀ ਦੇ ਬਚਨ
ਤੁਸੀਂ ਪ੍ਰਤੱਖ ਦੇਖਣੇ ਚਾਹੁੰਦੇ ਹੋ ਤੇ ਫਿਰ ਗੁਰਬਾਣੀ ਦੇ ਜਿਹੜਾ ਸ੍ਰੀ ਅਖੰਡ ਪਾਠ ਸਾਹਿਬ ਕਰੋ, ਤੁਰਕੀ ਬਾਣੀ ਦਾ। ਫਿਰ ਉਸ ਵੇਲੇ ਕਹਿੰਦੇ ਵੀ ਉਹ ਦਿਨ ਤੋਂ ਨਿਯਤ ਕੀਤਾ ਜਿੱਥੇ ਗੁਰਦੁਆਰਾ ਵੱਡੀ ਸੰਗਤ ਸਾਹਿਬ ਸੁਭਾਏਮਾਨ, ਇੱਥੇ ਮਹਾਰਾਜ ਬਿਰਾਜਦੇ ਸਨ ਆ ਕੇ, ਅਤੇ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਫਿਰ ਮਾਤਾ ਜੀ ਹੁਣਾਂ ਨੇ ਕੀਤਾ ਹੈ, ਸੱਚੇ ਪਾਤਸ਼ਾਹ ਜੀ ਨੇ ਵੀ ਨਾਲ ਕੀਤਾ ਹੈ। ਸ੍ਰੀ ਅਖੰਡ ਪਾਠ ਸਾਹਿਬ ਦੀ ਮਰਿਆਦਾ ਇੱਥੋਂ ਹੀ ਬਣੀ ਹੈ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਵਤਾਰ ਘਰ ਧਾਰਨ ਦੇ ਕਾਰਨ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਇਆ ਸੀ। ਇਹ ਬੜੀ ਵੱਡੀ ਦਾਤ ਮਹਾਰਾਜ ਨੇ ਬਖਸ਼ੀ। ਅਤੇ ਗੁਰੂ ਮਹਾਰਾਜ ਜੀ ਦੇ ਮਾਤਾ ਜੀ ਨੇ, ਪਿਤਾ ਜੀ ਨੇ ਉੱਥੇ ਵੀ ਤਪ ਤਪੱਸਿਆ ਕੀਤੀ, ਸ੍ਰੀ ਅਖੰਡ ਪਾਠ ਸਾਹਿਬ ਕੀਤੇ, ਹੋਰ ਤਪ ਤਪੱਸਿਆ ਕੀਤੀ, ਜਿਸ ਕਰਕੇ ਮਹਾਰਾਜ ਉਸ ਵੱਲ ਇਸ਼ਾਰਾ ਕਰ ਰਹੇ, ਖਾਲਸਾ ਜੀ ਤਾਤ ਮਾਤ ਮੁਰ ਅਲਖ ਅਰਾਦਾ। ਸਾਡੇ ਪਿਤਾ ਜੀ ਨੇ, ਸਾਡੇ ਮਾਤਾ ਜੀ ਨੇ ਲਖੇ ਨਾ ਜਾਣ ਵਾਲੇ ਪਰਮੇਸ਼ਰ ਵਾਹਿਗੁਰੂ ਨੂੰ ਬੜਾ ਅਰਾਧਿਆ ਸੀ, ਉਹਦਾ ਚਿੰਤਨ ਕੀਤਾ। ਬਹੁ ਬਿਧ ਜੋਗ ਸਾਧਨਾ ਸਾਧਾ, ਤੇ ਬਹੁਤ ਤਰ੍ਹਾਂ ਨਾਲ ਯੋਗ ਸਾਧਨਾ ਸਾਧਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵੀ ਅਤੇ ਮਾਤਾ ਗੁਜਰੀ ਜੀ ਨੇ ਵੀ। ਅਤੇ ਇੱਥੋਂ ਸਪਸ਼ਟ ਹੋ ਜਾਂਦਾ ਗੁਰੂ ਕੇ ਆਪਣੇ ਬਚਨ ਹੈ। ਕਈ ਜਦੋਂ ਗੁਰੂ ਮਹਾਰਾਜ ਜੀ ਦੇ ਮਾਤਾ ਗੁਜਰ ਕੌਰ ਜੀ ਦੀ ਸਰਹੰਦ ਦਾ ਸਾਕਾ ਸੁਣਾਉਂਦੇ, ਸ਼ਹੀਦੀ ਸੁਣਾਉਂਦੇ ਹੈ ਨਾ, ਉਹ ਕਹਿੰਦੇ ਜਦੋਂ ਸਾਹਿਬਜ਼ਾਦਿਆਂ ਨੇ ਦੱਸਿਆ ਨਾ ਆ ਕੇ ਪਹਿਰੇਦਾਰਾਂ ਨੇ ਕਿ ਮਾਤਾ ਜੀ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਗਏ, ਜਾਂ ਬਾਬਾ ਮੋਤੀ ਮਹਿਰਾ ਜੀ ਨੇ, ਕਹਿੰਦੇ ਮਾਤਾ ਜੀ ਨੇ ਉਦੋਂ ਠੰਡੇ ਬੁਰਜ ਦੀ ਦੀਵਾਰ ਨਾਲ ਆਪਣਾ ਸੀਸ ਮਾਰਿਆ, ਸੀਸ ਮਾਰ ਕੇ ਅਤੇ ਆਪਣਾ ਸਰੀਰ ਜਿਹੜਾ ਛੱਡ ਦਿੱਤਾ। ਅਤੇ ਕਈ ਜਿਹੜੇ ਪ੍ਰਚਾਰਕ ਜਿਹੜੇ ਐਨੇ ਉਹਨਾਂ ਦੇ ਪੰਡਾਲ ਲੱਗਦੇ 4-4 ਲੱਖ ਦੇ, ਉਹ ਕਹਿੰਦੇ ਮਾਤਾ ਜੀ ਨੇ ਤੇ ਜੀ ਉੱਤੋਂ ਛਾਲ ਮਾਰ ਦਿੱਤੀ ਸੀ। ਅਤੇ ਕਈਆਂ ਦਾ ਇਹ ਲਿਖਣਾ ਹੈ, ਕਿਉਂਕਿ ਉਸ ਵੇਲੇ ਮੁਸਲਮਾਨਾਂ ਦਾ, ਤੁਰਕਾਂ ਦਾ ਜ਼ੋਰ ਸੀ, ਉਹਨਾਂ ਦੀ ਜਿਹੜੀਆਂ ਲਿਖੀਆਂ ਹੋਈਆਂ ਲਿਖਤਾਂ ਉਹੀ ਅੱਗੇ ਅੱਗੇ ਤੁਰਦੀਆਂ ਆਈਆਂ ਅਤੇ ਅੱਗੇ ਲਿਖ ਦਿੱਤੀਆਂ, ਜਿਹਦੇ ਕਰਕੇ ਉਹੀ ਪ੍ਰਚਾਰ ਹੋ ਰਿਹਾ ਹੈ। ਕਿਸੇ ਨੇ ਲਿਖ ਦਿੱਤਾ ਵੀ ਮਾਤਾ ਜੀ ਨੇ ਟੋਡਰ ਮੱਲ ਕੋ ਹੀਰੇ ਦੀ ਮੰਗ ਕੀਤੀ, ਵੀ ਹੀਰਾ ਦਿਓ ਸਾਨੂੰ ਚੱਟ ਕੇ ਅਤੇ ਆਪਾਂ ਸੀਸ ਛੱਡ ਦਈਏ। ਕੋਈ ਕਹਿੰਦਾ ਵੀ ਮਾਤਾ ਜੀ ਨੇ ਉਹ ਠੰਡੇ ਬੁਰਜ ਵਿੱਚੋਂ ਛਾਲ ਮਾਰ ਦਿੱਤੀ। ਇਹ ਕਿਵੇਂ ਹੋ ਸਕਦਾ ਭਾਈ? ਗੁਰੂ ਕੇ ਮਾਤਾ ਜੀ ਸਨ। ਵੀ ਮਾਤਾ ਜੀ ਨੇ ਇੰਨਾ ਸੋਗ ਕਾਹਦਾ? ਜੋ ਮਾਤਾ ਜੀ ਇਹ ਬਚਨ ਕਹਿ ਕੇ ਸਾਹਿਬਜ਼ਾਦਿਆਂ ਨੂੰ ਵੀ ਸਾਹਿਬਜ਼ਾਦਿਓ ਤੁਸੀਂ ਉਸ ਗੁਰੂ ਮਹਾਰਾਜ ਦੇ ਸਪੁੱਤਰ ਹੋ ਜਿਨ੍ਹਾਂ ਦੇ ਪਿਤਾ ਜੀ ਨੇ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਆਪਣੀ ਸ਼ਹੀਦੀ ਦਿੱਤੀ ਹੈ। ਸੀਸ ਦੀਆ ਪਰ ਸਿਰ ਨਾ ਦੀਆ। ਆਪਣੇ ਹੱਥ ਨੂੰ ਖਾਲੀ ਨਹੀਂ ਜਾਣ ਦਿੱਤਾ, ਪ੍ਰਤੱਗਿਆ ਨੂੰ ਖਾਲੀ ਨਹੀਂ ਜਾਣ ਦਿੱਤਾ, ਅਤੇ ਧਰਮ ਨੂੰ ਕਾਇਮ ਰੱਖਿਆ। ਤੁਸੀਂ ਵੀ ਧਰਮ ਨੂੰ ਕਾਇਮ ਰੱਖਣਾ, ਡੋਲਣਾ ਨਹੀਂ। ਜੋ ਮਾਤਾ ਜੀ ਇਹ ਸਿੱਖਿਆ ਦੇ ਰਹੇ ਰੋਜ਼ ਉੱਥੇ, ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਇੰਨਾ ਸੋਗ ਗਮ ਕਾਹਦਾ ਕਰਨਾ? ਗੁਰੂ ਮਹਾਰਾਜ ਇੱਥੇ ਲਿਖ ਰਹੇ ਹੈ ਕਿ ਬਹੁ-ਬਿਧ ਜੋਗ ਸਾਧਨਾ ਸਾਧਾ, ਵੀ ਸਾਡੇ ਮਾਤਾ ਪਿਤਾ ਜੀ ਨੇ ਉਸ ਅਕਾਲ ਪੁਰਖ ਨੂੰ ਅਰਾਧਿਆ ਅਤੇ ਬੜੇ ਤਰ੍ਹਾਂ ਨਾਲ ਯੋਗ ਸਾਧਨਾ ਸਾਧੀ ਕੀਤੀ। ਮਾਤਾ ਜੀ ਯੋਗਾ ਅਭਿਆਸੀ ਸਨ, ਅਤੇ ਯੋਗਾ ਅਭਿਆਸੀ ਆਪਣੀ ਮਰਜ਼ੀ ਨਾਲ ਸਰੀਰ ਛੱਡ ਲੈਂਦੇ। ਅਤੇ ਫਿਰ ਮਾਤਾ ਜੀ ਨੂੰ ਜਦੋਂ ਗੱਲ ਤਾਂ ਅਸਲ ਵਿੱਚ ਇਹ ਸੀ ਵੀ ਬਾਬਾ ਮੋਤੀ ਮਹਿਰਾ ਜੀ ਨੇ ਜਦੋਂ ਆ ਕੇ ਦੱਸਿਆ ਮਾਤਾ ਜੀ ਸਾਹਿਬਜ਼ਾਦੇ ਸ਼ਹੀਦ ਹੋ ਗਏ ਹੈ, ਅਤੇ ਮਾਤਾ ਜੀ ਨੇ ਉਸ ਵੇਲੇ ਕਿਹਾ ਕਿ ਦੇਖ ਮੋਤੀ ਮਹਿਰਾ, ਇਹ ਸਾਹਿਬਜ਼ਾਦੇ ਉਸ ਗੁਰੂ ਮਹਾਰਾਜ ਸਪੁੱਤਰ ਹਨ ਜਿਨ੍ਹਾਂ ਦੇ ਪਿਤਾ ਜੀ ਨੇ ਚਾਂਦਨੀ ਚੌਂਕ ਸ਼ਹੀਦੀ ਦਿੱਤੀ ਹੈ। ਦਾਦਾ ਜੀ ਨੇ ਧਰਮ ਦੀ ਰੱਖਿਆ ਵਾਸਤੇ ਸ਼ਹੀਦੀ ਦਿੱਤੀ ਹੈ। ਇਹਨਾਂ ਨੂੰ ਧਰਮ ਦੀ ਰੱਖਿਆ ਲਈ ਸ਼ਹੀਦੀ ਦੇ ਦੇਣੀ ਯੋਗ ਸੀ, ਬਣਦੀ ਸੀ ਇਹਨਾਂ ਦੀ। ਚੰਗਾ ਹੀ ਹੋਇਆ ਜੋ ਹੋਇਆ ਹੈ, ਅਕਾਲ ਪੁਰਖ ਨੇ ਭਲਾ ਹੀ ਕੀਤਾ ਹੈ। ਅਤੇ ਉਸ ਵੇਲੇ ਮਾਤਾ ਜੀ ਨੇ ਕੋਈ ਸੋਗ ਗਮ ਨਹੀਂ ਕੀਤਾ, ਸਗੋਂ ਮਾਤਾ ਜੀ ਨੇ ਫਿਰ ਮੋਤੀ ਮਹਿਰਾ ਜੀ ਕੋਲ ਜਲ ਮੰਗਵਾਇਆ, ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕੀਤਾ, ਸੁਖਮਨੀ ਸਾਹਿਬ ਦਾ ਪਾਠ ਕੀਤਾ, ਅਤੇ ਯੋਗ ਅਭਿਆਸ ਦੇ ਨਾਲ ਦਸਮ ਦੁਆਰ ਰਾਹੀਂ ਸਵਾਸ ਆਪਣੇ ਜਿਹੜੇ ਹੈ ਬ੍ਰਹਮ ਰੰਧਰ ਨਾੜੀ ਰਾਹੀਂ ਕੱਢ ਕੇ ਅਤੇ ਸਰੀਰ ਛੱਡਿਆ ਸੀ। ਆਪਣੀ ਮਰਜ਼ੀ ਨਾਲ ਸਿਰ 'ਤੇ ਆ ਗਿਆ ਮਾਤਾ ਜੀ ਨੇ। ਅਤੇ ਗੁਰੂ ਸਾਹਿਬ ਲਿਖ ਰਹੇ ਆ ਵੀ ਬਹੁ-ਬਿਧ ਯੋਗ ਸਾਧਨਾ ਸਾਧਾ। ਮਾਤਾ ਜੀ ਯੋਗਾ ਅਭਿਆਸੀ ਸਨ। ਗੁਰੂ ਮਾਤਾ ਕਿਤੇ ਐਵੇਂ ਨਹੀਂ ਵੀ ਛਾਲਾਂ ਮਾਰੀਆਂ ਸਨ। ਇਹ ਝੂਠਾ ਪ੍ਰਚਾਰ ਕਰੀ ਜਾਂਦੇ ਲੋਕ।
ਜਿਵੇਂ ਭਾਈ ਵੀਰ ਸਿੰਘ ਜੀ ਸਮਾਚਾਰ ਖਾਲਸਾ ਵਾਲਿਆਂ ਨੂੰ ਕਿਸੇ ਨੇ ਕਿਹਾ, ਜਿਹੜੇ ਇੱਥੇ ਸੇਵਾ ਕਰਦੇ ਸਨ ਸਰਹੰਦ ਦੀ, ਉਹਨਾਂ ਕਿਹਾ ਬਾਬਾ ਜੀ ਐਵੇਂ ਲੋਕ ਕਹਿੰਦੇ ਆ ਵੀ ਮਾਤਾ ਜੀ ਨੇ ਹੀਰਾ ਚੱਟ ਕੇ ਸਿਰ ਛੱਡਿਆ, ਕੋਈ ਕਹਿੰਦਾ ਵੀ ਠੰਡੇ ਬੁਰਜ ਤੋਂ ਛਾਲ ਮਾਰ ਦਿੱਤੀ ਸੀ। ਉਹ ਮਹਾਂਪੁਰਸ਼ ਕਹਿੰਦੇ ਭਾਈ ਵਾਹਿਗੁਰੂ ਆਖੋ, ਕਾਹਨੂੰ ਇਹੋ ਜਿਹੀਆਂ ਗੱਲਾਂ ਕਰਦੇ ਹੋ, ਸਾਨੂੰ ਕਾਹਨੂੰ ਭਾਰ ਚੜਾਉਂਦੇ ਹੋ ਜੇ ਗੱਲਾਂ ਕਰਕੇ। ਮਾਤਾ ਜੀ ਦੇ ਬੜੇ ਹੋਣਹਾਰ ਸਨ, ਉਹਨਾਂ ਦੇ ਆਪਣੇ ਸਪੁੱਤਰ ਜੀ ਗੱਲ ਕਹਿ ਰਹੇ ਆ ਵੀ ਤਾਤ ਮਾਤ ਮੁਰ ਅਲਖ ਰਾਧਾ ਬਹੁਵਿਧ ਜੋਗ ਸਾਧਨਾ ਸਾਧਾ। ਜਦੋਂ ਗੁਰੂ ਸਾਹਿਬ ਜੀ ਇਹ ਗੱਲ ਲਿਖ ਰਹੇ ਹੈ ਤੇ ਫਿਰ ਆਹ ਲੋਕ ਪ੍ਰਚਾਰ ਵਾਲੇ ਕਿਵੇਂ ਪ੍ਰਚਾਰਕ ਝੂਠਾ ਪ੍ਰਚਾਰ ਕਰੀ ਜਾ ਰਹੇ, ਇਹ ਗੱਲ ਬਣਦੀ ਨਹੀਂ। ਜਿਵੇਂ ਉਹ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਮਨ੍ਹਾ ਕੀਤਾ ਸੀ ਅਤੇ ਉਹਨਾਂ ਫਿਰ ਹੱਥ ਜੋੜੇ ਸਾਰਿਆਂ ਨੇ। ਇਵੇਂ ਸਮਝ ਲੈਣਾ ਚਾਹੀਦਾ, ਮਾਤਾ ਜੀ ਸਤਿਗੁਰੂ ਜੀ ਦੇ ਬਹੁਤ ਮਹਾਨ ਸਨ। ਤਾਤ ਮਾਤ ਮੁਰ ਅਲਖ ਰਾਧਾ, ਸਾਡੇ ਮਾਤਾ ਪਿਤਾ ਜੀ ਨੇ ਉਸ ਅਕਾਲ ਪੁਰਖ ਨੂੰ ਆਰਾਧਿਆ, ਬਹੁਤ ਤਰ੍ਹਾਂ ਨਾਲ ਯੋਗ ਸਾਧਨਾ ਸਾਧੀ। ਤਿਨ ਜੋ ਕਰੀ ਅਲਖ ਕੀ ਸੇਵਾ। ਜਿਵੇਂ ਖਾਲਸਾ ਜੀ ਮਾਤਾ ਪਿਤਾ ਜੀ ਨੇ ਜਿਹੜੀ ਪ੍ਰਭੂ ਵਾਹਿਗੁਰੂ ਦੀ ਅਲਖ ਲਖੇ ਨਾ ਜਾਣ ਵਾਲੇ ਵਾਹਿਗੁਰੂ ਦੀ ਸੇਵਾ ਕੀਤੀ, ਆਰਾਧਨਾ ਸੇਵਾ ਕੀਤੀ। ਤਾਤੇ ਪਏ ਪ੍ਰਸੰਨ ਗੁਰਦੇਵਾ। ਜਿਸ ਸੇਵਾ ਦੇ ਨਾਲ ਵਾਹਿਗੁਰੂ ਪ੍ਰਸੰਨ ਹੋ ਗਏ, ਗੁਰਦੇਵ ਪਰਮੇਸ਼ਰ, ਉਹ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੋ ਗਏ। ਇਸੇ ਕਰਕੇ ਹੀ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਹੈ ਕਿ ਮਾਤਾ ਜੀ, ਮਾਤਾ ਨਾਨਕੀ ਜੀ ਨੂੰ ਕਿਹਾ, ਨਾਲ ਮਾਤਾ ਗੁਜਰੀ ਜੀ ਨੂੰ ਕਿਹਾ ਵੀ ਜੇ ਤੁਸਾਂ ਨੇ ਐਸੀ ਇੱਛਾ ਪੂਰੀ ਕਰਨੀ ਹੈ ਅਤੇ ਫਿਰ ਸ੍ਰੀ ਅਖੰਡ ਪਾਠ ਸਾਹਿਬ ਬਾਣੀ ਦਾ ਕਰੋ। ਉਹ ਪ੍ਰਯਾਗਰਾਜ ਤ੍ਰਿਵੇਣੀ ਵਿਖੇ ਹੀ ਇਲਾਹਾਬਾਦ ਵਿੱਚ ਹੀ ਮਹਾਰਾਜ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਸੀ। ਜਿਸ ਇਹਨਾਂ ਭਾਵਨਾ ਤਪੱਸਿਆ ਨੂੰ ਵੇਖ ਕੇ ਗੁਰਦੇਵ ਪਰਮਾਤਮਾ ਵਾਹਿਗੁਰੂ ਪ੍ਰਸੰਨ ਹੋਏ। ਤਿਨ ਪ੍ਰਭ ਜਬ ਆਏ ਸਮੋਹ ਦੀਆ। ਉਸ ਪਾਰ ਬ੍ਰਹਮ ਵਾਹਿਗੁਰੂ ਜੀ ਨੇ ਜਦੋਂ ਖਾਲਸਾ ਜੀ ਸਾਨੂੰ ਆਗਿਆ ਦਿੱਤੀ, ਤਬ ਹਮ ਜਨਮ ਕਲੂ ਮਹਲੀਆ। ਤਦੋਂ ਫਿਰ ਅਸਾਂ ਨੇ ਜਿਹੜਾ ਆਪਣਾ ਅਵਤਾਰ ਕਲਯੁਗ ਦੇ ਵਿੱਚ ਲਿਆ। ਚੇਤਨਾ ਭਇਓ ਹਮਰੋ ਆਵਨ ਕਹਾ। ਅਸਲ ਵਿੱਚ ਸਾਡਾ ਖਾਲਸਾ ਜੀ ਚਿੱਤ ਨਹੀਂ ਸੀ ਇਸ ਮਾਤ ਲੋਕ ਵਿੱਚ ਆਉਣ ਨੂੰ ਕਰਦਾ। ਚਿੱਤ ਨਾ ਭਇਓ ਹਮਰੋ ਆਵਨ ਕਹੈ, ਆਉਣ ਵਾਸਤੇ ਉਹ ਭਗਤੀ ਛੱਡ ਕੇ ਸਾਡਾ ਦਿਲ ਨਹੀਂ ਸੀ ਕਰਦਾ ਆਉਣ ਨੂੰ ਇਸ ਮਾਤ ਲੋਕ ਤੇ। ਚੁਬੀ ਰਹੀ ਸੁਰਤ ਪ੍ਰਭ ਚਰਨਨ ਮਹ। ਕਿਉਂਕਿ ਸਾਡੀ ਜਿਹੜੀ ਸੁਰਤੀ ਸੀ ਉਹਦੇ ਪ੍ਰਭੂ ਦੇ ਚਰਨਾਂ ਵਿੱਚ ਹੀ ਲੱਗੀ ਹੋਈ ਸੀ, ਚੁਭ ਰਹੀ ਸੀ, ਲੱਗੀ ਹੋਈ ਟਿਕੀ ਹੋਈ ਸੀ। ਜਾਂ ਐਵੇਂ ਵੀ ਸਾਡਾ ਚਿੱਤ ਨਹੀਂ ਸੀ ਕਰਦਾ ਆਉਣ ਨੂੰ, ਪਰ ਵਾਹਿਗੁਰੂ ਦੀ ਆਗਿਆ ਹੁਕਮ ਅਮੋੜ ਸੀ, ਸਾਨੂੰ ਆਉਣਾ ਪਿਆ, ਫਿਰ ਅਸੀਂ ਆਏ। ਪਰ ਜਦੋਂ ਆ ਵੀ ਗਏ ਹਾਂ, ਪ੍ਰਭੂ ਦੇ ਚਰਨਾਂ ਵਿੱਚ ਸਾਡੀ ਸੁਰਤ ਚੁਭੀ ਰਹੀ, ਫਿਰ ਵੀ ਸੁਰਤ ਨਹੀਂ ਟੁੱਟੀ। ਕਿਉਂਕਿ ਇਹ ਪ੍ਰਤੱਖ ਪ੍ਰਮਾਣ ਸੱਚੇ ਪਾਤਸ਼ਾਹ ਜੀ ਦਾ। ਬਚਪਨੇ ਵਿੱਚ ਕਿੰਨੇ ਕੌਤਕ ਕੀਤੇ। ਪਟਨਾ ਸਾਹਿਬ 9 ਸਾਲ ਦੀ ਉਮਰ ਵਿੱਚ ਅਨੰਦਪੁਰ ਸਾਹਿਬ ਉਹ ਕੌਤਕ ਕੀਤਾ ਜਿਹੜਾ ਅੱਜ ਤੱਕ ਕਿਸੇ ਬੜੀ ਨੇ ਨਹੀਂ ਸੀ ਕੀਤਾ। ਨਹੀਂ ਤੇ ਮਹਾਰਾਜ ਜੀ ਨੇ ਲਿਖਿਆ, ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਨਹੀਂ ਤੇ ਆਹ ਹਾਲਤ ਹੋ ਜਾਂਦੀ ਬੰਦੇ ਦੀ ਕਿ ਲਿਵ ਲੱਗੀ ਰਹਿੰਦੀ ਹੈ ਮਾਤਾ ਦੀ ਗਰਭ ਵਿੱਚ, ਜਨਮ ਲੈਂਦਿਆਂ ਲਿਵ ਛੁੜਕ ਜਾਂਦੀ ਹੈ ਅਤੇ ਤ੍ਰਿਸ਼ਨਾ ਲੱਗ ਜਾਂਦੀ ਉਸੇ ਵੇਲੇ ਹੀ। ਮਾਇਆ ਆਪਣਾ ਅਮਰ ਹੀ ਜਾਲ ਵਰਤਾ ਦਿੰਦੀ, ਫਿਰ ਆਪਣੀ ਅਮਰ ਕਲਾ ਹੀ ਨਾ ਖਤਮ ਮਰਨ ਵਾਲੀ। ਅਤੇ ਬੰਦਾ ਫਿਰ ਜਦੋਂ ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਇਹ ਦੁਨੀਆ ਦੇ ਨਾਲ ਮਾਇਆ ਦੇ ਨਾਲ ਚਿੱਤ ਲਾ ਲੈਂਦਾ। ਪਰ ਗੁਰੂ ਸਾਹਿਬ ਅਕਾਲ ਪੁਰਖ ਰੂਪ ਆਪ ਕਹਿ ਰਹੇ ਹੈ ਕਿ ਸਾਡੀ ਪ੍ਰਭੂ ਵਾਹਿਗੁਰੂ ਦੇ ਚਰਨਾਂ ਵਿੱਚ ਸੁਰਤ ਚੁਭੀ ਰਹੀ, ਲੱਗੀ ਰਹੀ ਸੁਰਤ ਸਾਡੀ। ਜਿਉ ਤਿਉ ਪ੍ਰਭ ਹਮ ਕੋ ਸਮਝਾਇਓ। ਵਾਹਿਗੁਰੂ ਪ੍ਰਭੂ ਪਰਮੇਸ਼ਰ ਨੇ ਜਿਵੇਂ ਸਾਨੂੰ ਸਮਝਾਇਆ, ਜਿਵੇਂ ਕਿਵੇਂ ਵੀ ਕਰਕੇ। ਇਮ ਕਹਿ ਕੈ ਇਹ ਲੋਕ ਪਠਾਇਓ। ਜਿਉਂ ਤਿਉਂ ਦਾ ਤੇ ਅਰਥੋਂ ਜਿਵੇਂ ਬਣਦਾ ਵੀ ਬੜਾ ਜ਼ੋਰ ਦੇ ਕੇ ਵੀ ਜਿਵੇਂ ਕਿਵੇਂ ਹੋ ਕੇ ਪ੍ਰਭੂ ਨੇ ਸਾਨੂੰ ਸਮਝਾਇਆ। ਕਿਉਂਕਿ ਅਕਾਲ ਪੁਰਖ ਦਾ ਭਗਤਾਂ ਨਾਲ ਕੋਈ ਝਗੜਾ ਨਹੀਂ, ਉਹਦੀ ਮਰਜ਼ੀ ਜਿਵੇਂ ਭਗਤ ਚਾਹੁਣ ਉਵੇਂ ਕਰ ਲੈਂਦਾ ਹੈ। ਤੂੰ ਭਗਤਾਂ ਕੇ ਵਸ, ਭਗਤਾ ਤਾਨ ਤੇਰਾ, ਭਗਤਾਂ ਦੇ ਉਹ ਵਸ ਹੈ। ਅਕਾਲ ਇਮ ਕਹਿ ਕੇ ਲੋਕ ਬਿਠਾਇਓ। ਵੀ ਜਿਵੇਂ ਕਿਵੇਂ ਵੀ ਕਰਕੇ ਪ੍ਰਭੂ ਨੇ
ਸਾਨੂੰ ਸਮਝਾਇਆ ਤੇ ਇਉਂ ਕਹਿ ਕੇ ਇਸ ਲੋਕ ਵਿੱਚ ਭੇਜਿਆ। ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ। ਜਿਉਂ ਸਾਨੂੰ ਪ੍ਰਭੂ ਨੇ ਸਮਝਾਇਆ ਫਿਰ ਐਵੇਂ ਕਹਿ ਕੇ ਲੋਕ ਵਿੱਚ ਭੇਜਿਆ। ਅਕਾਲ ਪੁਰਖ ਬਾਚ ਇਸ ਕੀਟ ਪ੍ਰਤ ਚਉਪਈ ਜਬ ਪਹਿਲੇ ਹਮ ਸ੍ਰਿਸ਼ਟ ਬਨਾਈ। ਅਕਾਲ ਪੁਰਖ ਵਾਹਿਗੁਰੂ ਦੇ ਬਚਨ ਇਸ ਕੀਟ ਪ੍ਰਤ, ਇਸ ਕੀਟ ਕਹੀਏ ਦਾਸ ਦੇ ਪ੍ਰਤੀ। ਭਾਵ ਅਸੀਂ ਦਾਸ ਜਨ ਕਰ ਦਾਸ ਪਰ ਕੀਜੈ ਕਿਰਪਾ ਅਪਾਰ। ਜਿਵੇਂ ਮਹਾਰਾਜ ਨੇ ਲਿਖਿਆ ਹੋਇਆ ਵੀ ਅਸੀਂ ਦਾਸ ਹਾਂ ਅਤੇ ਇਸ ਕਹੀਏ ਸਾਡੇ ਪ੍ਰਤੀ, ਸਾਡੇ ਦਾਸ ਦੇ ਪ੍ਰਤੀ ਜੋ ਅਕਾਲ ਪੁਰਖ ਨੇ ਉਸ ਵੇਲੇ ਬਚਨ ਕਹੇ, ਸੁਣੋ ਖਾਲਸਾ ਜੀ। ਜਬ ਪਹਿਲੇ ਹਮ ਸ੍ਰਿਸ਼ਟ ਬਨਾਈ। ਮਹਾਰਾਜ ਕਹਿੰਦੇ ਹੈ ਚੌਪਈ ਛੰਦ ਵਿੱਚ ਕਿ ਅਕਾਲ ਪੁਰਖ ਨੇ ਕਿਹਾ ਵੀ ਹੇ ਦੁਸ਼ਟ ਦਮਨ, ਜਦੋਂ ਅਸਾਂ ਨੇ ਪਹਿਲੇ ਪਹਿਲ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ, ਸ੍ਰਿਸ਼ਟੀ ਬਣਾਈ ਸੀ। ਦੈਤ ਰਚੇ ਦੁਸ਼ਟ ਦੁਖਦਾਈ। ਤੇ ਦੁੱਖ ਦੇਣ ਵਾਲੇ ਦੁਸ਼ਟ ਪਹਿਲਾਂ ਅਸਾਂ ਨੇ ਦੈਂਤ ਰਚੇ, 2 ਦੈਂਤ ਬਣਾਏ। ਜਿਵੇਂ ਪਿੱਛੇ ਆਇਆ ਏਕ ਸਰਵਣ ਤੇ ਮੈਲ ਨਕਾਰਾ, ਤਾਂ ਤੇ ਭਏ ਮਦ ਕੀਟ ਬਤਨ, ਤਾਂ ਤੇ ਮਦ ਕੀਟ ਬਤਨ ਧਾਰਾ। ਉਹ ਜਿਵੇਂ ਲਿਖਿਆ ਨਾ ਪਿੱਛੇ ਆਪਾਂ ਸਰਵਣ ਕੀਤਾ ਹੀ ਹੈ। ਉਹ ਦੁਸ਼ਟ ਦੁੱਖ ਦੇਣ ਵਾਲੇ 2 ਦੈਂਤ ਮਦ ਕੀਟ ਰਚੇ ਬਣਾਏ। ਤੇ ਭੁਜ ਬਲ ਬਵਰੇ ਹੋਇ ਗਏ। ਉਹ ਦੁਸ਼ਟ ਆਪਣੀਆਂ ਬਾਹਾਂ ਦੇ ਬਲ ਵਿੱਚ ਹੀ ਬਵਰੇ ਕਹੀਏ ਪਾਗਲ ਹੋ ਗਏ, ਝੱਲੇ ਦਵਾਨੇ ਮਸਤਾਨੇ ਹੋ ਗਏ ਵੀ ਸਾਡੇ ਵਰਗਾ ਕਿਹੜਾ ਬਲੀ ਜ਼ੋਰ ਵਾਲਾ ਇੱਥੇ। ਪੂਜਤ ਪਰਮ ਪੁਰਖ ਰਹਿ ਗਏ। ਤੇ ਜਿਸ ਕਰਕੇ ਉਹਨਾਂ ਨੇ ਹੰਕਾਰ ਦੇ ਵਿੱਚ ਆ ਕੇ ਤੇ ਬ੍ਰਹਮਾ ਦੀਆਂ ਮੁੱਛਾਂ ਵੀ ਫੜ ਲਈਆਂ ਸਨ, ਦਾੜੀਆਂ ਫੜ ਲਿਆ ਸੀ ਬ੍ਰਹਮਾ ਨੂੰ ਡਰਾਉਣ ਧਮਕਾਉਣ ਵਾਸਤੇ, ਤੇ ਬ੍ਰਹਮਾ ਡਰ ਵੀ ਗਿਆ ਸੀ। ਤੇ ਇਵੇਂ ਜੋ ਪਰਮ ਪੁਰਖ ਭਾਵ ਜੋ ਅਸੀਂ ਸਾਂ ਪਰਮ ਪੁਰਖ, ਉਹਦੀ ਪੂਜਾ ਕਰਨੋਂ ਰਹਿ ਗਏ। ਪੂਜਾ ਕਰਨੀ ਸੀ ਵੀ ਸਾਨੂੰ ਕਿਸੇ ਨੇ ਪੈਦਾ ਕੀਤਾ, ਉਲਟਾ ਹੀ ਉਹ ਲੜਾਈ ਝਗੜਾ ਸ਼ੁਰੂ ਕਰਕੇ ਬੈਠ ਗਏ, ਪੂਜਾ ਕਰਨੋਂ ਸਾਡੀ ਰਹਿ ਗਏ। ਤੇ ਹਮ ਤਮਕ ਤਨਕ ਮੋਹ ਖਾਪੇ। ਇਸੇ ਕਰਕੇ ਫਿਰ ਉਹਨਾਂ ਦੋ ਦੈਂਤਾਂ ਨੂੰ ਅਸਾਂ ਨੇ ਤਮਕ ਕਹੀਏ ਕ੍ਰੋਧ ਨਾਲ, ਥੋੜ੍ਹੇ ਜਿਹੇ ਕ੍ਰੋਧ ਨਾਲ ਜੋਸ਼ ਜਿਹੇ ਵਿੱਚ ਆ ਕੇ, ਗੁੱਸੇ ਵਿੱਚ ਆ ਕੇ ਇੱਕ ਛਿਨ ਵਿੱਚ ਹੀ ਖਾਪੇ ਨਾਸ ਕਰ ਦਿੱਤੇ, ਖਤਮ ਕਰ ਦਿੱਤੇ। ਤਿਨ ਕੀ ਠੌਰ ਦੇਵਤਾ ਥਾਪੇ। ਤੇ ਉਹਨਾਂ ਦੀ ਜਗ੍ਹਾ ਜਿਹੜੇ ਹੈ 3 ਦੇਵਤੇ ਥਾਪੇ, ਫਿਰ ਬ੍ਰਹਮਾ ਵਿਸ਼ਨੂੰ ਸ਼ਿਵ ਜੀ। ਤੇ ਭੀ ਬਲ ਪੂਜਾ ਔਰ ਜਾਏ। ਜਦੋਂ ਬ੍ਰਹਮਾ ਸ਼ਿਵ ਜੀ ਤੇ ਵਿਸ਼ਨੂੰ ਜੀ ਹੋਏ ਹੈ, ਉਹ ਵੀ ਆਪਣੇ ਬਲ ਦੇ ਨਾਲ, ਆਪਣੇ ਜ਼ੋਰ ਦੇ ਨਾਲ ਪੂਜਾ ਵਿੱਚ ਹੀ ਫਸ ਗਏ। ਭਾਵ ਉਹ ਵੀ ਬਲੀਆਂ ਲੈਣ ਦੇ ਵਿੱਚ, ਆਪਣੀ ਪੂਜਾ ਕਰਾਉਣ ਦੇ ਵਿੱਚ ਹੀ ਫਸ ਗਏ ਵੀ ਸਾਡੀ ਪੂਜਾ ਕਰੋ। ਆਪਨ ਹੀ ਪਰਮੇਸ਼ਰ ਕਹਾਏ। ਆਪਣੇ ਆਪ ਨੂੰ ਹੀ ਪਰਮੇਸ਼ਰ ਕਹਾਉਣ ਲੱਗ ਪਏ ਵੀ ਅਸੀਂ ਹੀ ਪਰਮੇਸ਼ਰ ਹਾਂ, ਸਾਡੇ ਤੋਂ ਉੱਪਰ ਕੋਈ ਨਹੀਂ ਹੈ। ਮਹਾਦੇਵ ਅਚੁੱਤ ਕਹਿਵਾਇਓ। ਇਹ ਖਾਲਸਾ ਜੀ, ਜੋ ਮਹਾਦੇਵ ਅਕਾਲ ਪੁਰਖ ਨੇ ਕਿਹਾ ਕਿ ਹੇ ਦੁਸ਼ਟ ਦਮਨ, ਜੋ ਮਹਾਦੇਵ ਹੈ ਨਾ ਸ਼ਿਵ ਜੀ, ਉਹ ਆਪਣੇ ਆਪ ਨੂੰ ਅਚੁੱਤ ਕਹਵਾਇਆ। ਅਚੁੱਤ ਕਹੀਦਾ ਅਗੇੜ ਨੂੰ। ਇੱਕ ਹੁੰਦਾ ਗਿੜ, ਜਿਹੜਾ ਗੇੜਿਆਂ ਵਿੱਚ ਆਉਣ ਵਾਲਾ, ਭਾਵ ਜੰਮਣ ਮਰਨ 'ਚ ਆਉਣ ਵਾਲਾ, ਆਉਣ ਜਾਣ ਵਾਲਾ, ਉਹ ਗਿੜ। ਚੁੱਤ ਨੂੰ ਕਹੀਦਾ ਗਿੜ ਅਤੇ ਅਚੁੱਤ ਨੂੰ ਕਹੀਦਾ ਅਗੇੜ, ਜਿਹੜਾ ਨਾ ਆਉਣ ਜਾਣ ਵਾਲਾ, ਹਮੇਸ਼ਾ ਕਾਇਮ ਰਹਿਣ ਵਾਲਾ, ਅਮਰ ਅਬਿਨਾਸੀ। ਅਤੇ ਜਿਵੇਂ ਗੁਰੂ ਮਹਾਰਾਜ ਜੀ ਨੇ ਚੌਪਈ ਸਾਹਿਬ 'ਚ ਵੀ ਲਿਖਿਆ ਹੋਇਆ, ਮਹਾਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਕਿ ਮਹਾਦੇਵ ਸ਼ਿਵ ਜੀ ਨੂੰ ਕਹੀ ਜਾਂਦੇ ਆ ਵੀ ਸਦਾ ਹੀ ਸਿਵ ਕਲਿਆਣ ਸਰੂਪ, ਉਹ ਨਹੀਂ ਖਤਮ ਹੁੰਦਾ। ਅਤੇ ਨਿਰੰਕਾਰ ਅਕਾਲ ਪੁਰਖ ਜਿਹੜਾ ਪੈਦਾ ਕਰਨ ਵਾਲਾ ਹੈ, ਉਹਨੂੰ ਲੋਕ ਚੇਤਨ ਨਹੀਂ ਕਰਦੇ, ਉਹਦਾ ਭੇਦ ਹੀ ਨਹੀਂ ਜਾਣਦੇ। ਵੀ ਜਿਹਨੇ ਕੋਟ ਬਿਸ਼ਨ ਕੀਨੇ ਅਵਤਾਰ, ਅਤੇ ਕੋਟ ਬ੍ਰਹਮੰਡ ਜਾ ਕੇ ਧਰਮਸਾਲ, ਕੋਟ ਮਹੇਸ਼ ਉਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਨ ਲਾਏ, ਐਸੋ ਧਣੀ ਗੋਬਿੰਦ ਹਮਾਰਾ, ਵਰਨ ਨਾ ਸਾਕੋ ਗੁਣ ਵਿਸਥਾਰਾ। ਵੀ ਜਿਹਨੇ ਕਰੋੜਾਂ ਹੀ ਵਿਸ਼ਨੂੰ ਜੀ, ਕਰੋੜਾਂ
शिव जी पैदा ਕੀਤੇ ਹੈ, ਕਦੀ ਉਪਾਏ ਸਮਾਏ, ਕਦੀ ਪੈਦਾ ਕਰ ਲੈਂਦੇ, ਕਦੀ ਸਮਾ ਲੈਂਦੇ, ਉਹਦਾ ਭੇਦ ਨਹੀਂ ਜਾਣਦੇ। ਗੁਰੂ ਅਰਜਨ ਸਾਹਿਬ ਜੀ ਇਹ ਗੱਲ ਕਹਿੰਦੇ ਹੈ ਵੀ ਉਹ ਤਾਂ ਐਸਾ ਜਿਹਨੇ ਇੰਨੇ ਪੈਦਾ ਕਰਕੇ ਤੇ ਸਮਾ ਦਿੱਤੇ ਸ਼ਿਵ ਜੀ, ਉਹ ਧਨੀ ਗੋਬਿੰਦ ਹਮਾਰਾ ਸਾਡਾ ਐਸਾ ਬੜੀ ਹੈ, ਉਹਦੇ ਗੁਣ ਨਹੀਂ ਗਾ ਸਕਦੇ। ਅਤੇ ਮਹਾਦੇਵ ਜਦੋਂ ਸ਼ਿਵ ਜੀ ਹੋਇਆ ਅਤੇ ਅਕਾਲ ਪੁਰਖ ਨੇ ਸਾਨੂੰ ਕਿਹਾ ਵੀ ਦੁਸ਼ਟ ਦਮਨ, ਸ਼ਿਵ ਜੀ ਨੇ ਆਪ ਉਹਨੂੰ ਅਸੀਂ ਪੈਦਾ ਕੀਤਾ, 3 ਦੇਵਤੇ ਥਾਪੇ, ਉਹਨਾਂ 'ਚ ਇੱਕ ਸ਼ਿਵ ਜੀ। ਅਤੇ ਸ਼ਿਵ ਜੀ ਆਪਣੇ ਆਪ ਨੂੰ ਅਚੁੱਤ ਕਹਾਇਆ, ਕਹਿਣ ਲੱਗਾ ਵੀ ਮੈਂ ਅਗੇੜ ਹਾਂ, ਅਬਨਾਸੀ ਹਾਂ, ਹਮੇਸ਼ਾ ਰਹਿਣ ਵਾਲਾ, ਸਦਾ ਕਲਿਆਣ ਸਰੂਪ ਹਾਂ। ਵਿਸ਼ਨ ਆਪ ਹੀ ਕੋ ਠਹਿਰਾਇਓ। ਤੇ ਵਿਸ਼ਨੂੰ ਜੀ ਨੇ ਆਪ ਹੀ ਆਪਣੇ ਆਪ ਨੂੰ ਜਿਹੜਾ ਪਰਮੇਸ਼ਰ ਕਾਇਮ ਕਰ ਲਿਆ ਵੀ ਮੈਂ ਹੀ ਪਰਮੇਸ਼ਰ ਹਾਂ, ਮੇਰੇ ਤੋਂ ਅੱਗੇ ਕੋਈ ਨਹੀਂ ਹੈ। ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ। ਬ੍ਰਹਮਾ ਜੋ ਸੀ ਉਹ ਆਪਣੇ ਆਪ ਨੂੰ ਮੈਂ ਸ੍ਰਿਸ਼ਟੀ ਪੈਦਾ ਕਰਦਾ ਹਾਂ, ਇਸ ਕਰਕੇ ਪ੍ਰਕਿਰਤੀ ਤੋਂ ਪਰੇ ਜੋ ਬ੍ਰਹਮ ਵਿਆਪਕ ਉਹਦੇ ਰੂਪ ਬਣ ਕੇ ਬਹਿ ਗਿਆ, ਆਪਣੇ ਆਪ ਨੂੰ ਪਾਰ ਬ੍ਰਹਮ ਕਹਾਉਣ ਲੱਗ ਪਿਆ ਵੀ ਮੈਂ ਹੀ ਪਾਰ ਬ੍ਰਹਮ ਹਾਂ। ਪ੍ਰਭ ਕੋ ਪ੍ਰਭੂ ਨ ਕਿਨਹੁ ਜਾਨਾ। ਤੇ ਦੁਸ਼ਟ ਦਮਨ ਜੀ ਜੋ ਪ੍ਰਭੂ ਹੈ ਨਾ, ਪ੍ਰਭ ਕੋ ਪ੍ਰਭੂ ਨ ਕਿਨਹੂ ਜਾਨਾ, ਜੋ ਪ੍ਰਭੂ ਸੀ ਉਸ ਨੂੰ ਕਿਸੇ ਦੇਵਤੇ ਨੇ ਪ੍ਰਭੂ ਕਰਕੇ ਨਾ ਜਾਣਿਆ। ਪ੍ਰਭ ਕੋ ਪ੍ਰਭੂ ਨ ਕਿਨਹੂ ਜਾਨਾ, ਜਿਹਨੂੰ ਜਾਣਨਾ ਸੀ, ਜਿਹਨੇ ਭੇਜਿਆ ਉਹਨੂੰ ਨਾ ਜਾਣਿਆ, ਆਪ ਹੀ ਸਭ ਪਰਮੇਸ਼ਰ ਬਣ ਕੇ ਬੈਠ ਗਿਆ, ਅਚੁੱਤ ਅਵਿਨਾਸੀ। ਤਬ ਸਾਖੀ ਪ੍ਰਭ ਅਸ਼ਟ ਬਨਾਏ। ਤਦੋਂ ਫਿਰ ਵਾਹਿਗੁਰੂ ਨੇ ਇਸ ਤੋਂ ਪਿੱਛੋਂ ਜਿਹੜੇ ਸਾਖੀ 8 ਬਣਾ ਦਿੱਤੇ, ਗਵਾਹੀ ਇਹ ਜੀਵ ਦੀ ਦੇਣ ਵਾਲੇ 8 ਗਵਾਹੀ ਦੇਣ ਵਾਲੇ ਬਣਾ ਦਿੱਤੇ ਸਾਖੀ। ਉਹ ਕਿਹੜੇ? ਪੁਰਾਣਾ ਜੀ ਲਿਖੇ ਕਿ ਪ੍ਰਿਥਵੀ, ਧਰੋਵ, ਤਾਰਾ, ਚੰਦਰਮਾ, ਸੂਰਜ, ਅਗਨੀ, ਪਵਨ, ਜਾਂ ਸਿੱਧੇ ਵੀ ਧਰਮਰਾਜ ਇੱਕ ਸੂਰਜ, ਇੱਕ ਚੰਦਰਮਾ ਦੇ 5 ਤੱਤ, ਧਰਤੀ, ਆਕਾਸ਼, ਹਵਾ, ਜਲ, ਅਗਨੀ, ਇਹ 5 ਨੂੰ ਇਹ ਬਣਾ ਦਿੱਤੇ। ਇਹ ਬਣਾ ਦਿੱਤੇ 8 ਜਾਣੇ। ਜਾਂ ਹੋਰ ਵੀ ਥੋੜ੍ਹਾ ਵੱਖਰੇ ਰੂਪ 'ਚ ਪੁਰਾਣਾ ਵਿੱਚ ਲਿਖਿਆ ਹੋਇਆ ਹੈ ਕਿ ਧਰਤੀ ਹੈ ਇੱਕ, ਤੇ ਇੱਕ ਆਕਾਸ਼, ਇਸੇ ਤਰ੍ਹਾਂ ਹੀ ਸੂਰਜ, ਚੰਦਰਮਾ, ਅਤੇ ਜਿਹੜਾ ਹੈ ਹਵਾ, ਬ੍ਰਹਮਾ, ਧਰਮਰਾਜ, 8 ਇਹ ਵੀ ਮੰਨੇ ਹੈ ਪੁਰਾਣਾ ਵਿੱਚ। ਇਹ ਫਿਰ 8 ਸਾਖੀ ਜਿਹੜੇ ਆ ਮਨੁੱਖ ਦੀ ਗਵਾਹੀ ਦੇਣ ਵਾਲੇ, ਇਹ ਪਰਮੇਸ਼ਰ ਨੇ ਬਣਾ ਦਿੱਤੇ। ਸਾਖ ਨਿਮਿਤ ਦੇਬੇ ਠਹਿਰਾਏ। ਗਵਾਹੀ ਦੇ ਵਾਸਤੇ ਇਹ ਠਹਿਰਾ ਦਿੱਤੇ, ਇਹ ਕਾਇਮ ਕਰ ਦਿੱਤੇ। 8 ਗਵਾਹੀ ਦੇਣ ਵਾਲੇ, ਜੀਵਾਂ ਦੀ ਕਰਮਾਂ ਦੀ ਗਵਾਹੀ ਦੇਣ ਵਾਲੇ ਥਾਪਿਆ ਵੀ ਚਲੋ 1 2 ਨਹੀਂ, 8 ਥਾਪ ਦਿੱਤੇ ਵੀ ਕੋਈ ਮੁੱਕਰੇ ਨਾ, ਇਹ ਨਾ ਆਖੇ ਵੀ ਮੁੱਕਰੀ ਜਾਏ ਵੀ ਮੈਂ ਕੁਝ ਨਹੀਂ ਕੀਤਾ। ਅੱਜ ਜਦੋਂ ਚੰਦਰਮਾ ਰਾਤ ਚੜ੍ਹਦਾ ਚਾਂਦਨੀ ਦੇ ਕੇ, ਉਹ ਨਾਲੇ ਆਪਣੀ ਚਾਂਦਨੀ ਦੇਈ ਜਾਂਦਾ, ਨਾਲੇ ਦੇਖੀ ਜਾਂਦਾ ਕੌਣ ਮੇਰੀ ਚਾਂਦਨੀ ਵਿੱਚ ਕੀ ਕਰ ਰਿਹਾ ਹੈ। ਸੂਰਜ ਜਦੋਂ ਰੋਸ਼ਨੀ ਦਿੰਦਾ, ਉਹ ਸੂਰਜ ਵੇਖੀ ਜਾ ਰਿਹਾ, ਮੇਰੀ ਰੋਸ਼ਨੀ ਨਾਲੇ ਰੋਸ਼ਨੀ ਦੇਈ ਜਾਂਦਾ, ਨਾਲੇ ਵੇਖੀ ਜਾਂਦਾ ਕੌਣ ਕੀ ਕਰ ਰਿਹਾ ਹੈ। ਇਸੇ ਤਰ੍ਹਾਂ ਜਿਹੜਾ ਕੋਈ ਪਾਣੀ 'ਚ ਕੁਝ ਕਰਦਾ ਹੈ, ਜਪ ਤਪ ਮੰਦ ਕਰਮ, ਉਹ ਪਾਣੀ ਵੇਖ ਰਿਹਾ ਦੇਵਤਾ। ਅੱਗ, ਜਿਹੜਾ ਕੋਈ ਅੱਗ 'ਚ ਹੋਮ ਯੱਗ ਕਰਦਾ ਹੈ, ਲੰਗਰ ਪਾਣੀ ਛਕਾਉਂਦਾ, ਉਹ ਅੱਗ ਇਹਦੀ ਗਵਾਹੀ ਦਿੰਦੀ ਹੈ, ਅਗਨੀ ਦੇਵਤਾ। ਹਵਾ ਜਿਹੜੀ ਹੈ ਉਹ ਆਪਣੀ ਗਵਾਹੀ ਦਿੰਦੀ ਹੈ। ਇਸੇ ਤਰ੍ਹਾਂ ਸਾਰੇ ਜਿਹੜੇ ਹੈ ਨਾ ਵੱਖੋ ਵੱਖਰੇ ਜਿਹੜੇ 8 ਸਾਖੀ ਬਣਾਏ, ਇਹ ਜੀਵ ਦੀ ਗਵਾਹੀ ਦਿੰਦੇ ਮੁੱਕਰੇ ਨਾ, ਅਤੇ ਨਹੀਂ ਤਾਂ ਬੰਦਾ ਮੁੱਕਰ ਜਾਂਦਾ ਹੈ। ਅਤੇ ਇਹ ਸਾਰੇ ਕਰਕੇ ਪਰਮੇਸ਼ਰ ਨੇ 8 ਜਿਹੜੇ ਆ ਸਾਖੀ ਗਵਾਹੀ ਦੇਣ ਵਾਲੇ ਜੀਵ ਦੇ ਕਰਮਾਂ ਦੀ ਬਣਾਏ। ਅਤੇ ਸਾਖ ਨਿਮਿਤ ਵੀ ਇਹ ਜੀਵਾਂ ਦੀ ਕਰਮਾਂ ਗਵਾਹੀ ਦੇਣਗੇ ਕਿਤੇ, ਅਤੇ ਉਹ ਕੋਈ ਜੀਵ ਮੁੱਕਰੇ ਨਾ, ਇਹ ਠਹਿਰਾ ਦਿੱਤੇ, ਕਾਇਮ ਕਰ ਦਿੱਤੇ। ਤੇ ਕਹ ਕਰੋ ਹਮਾਰੀ ਪੂਜਾ। ਇਹਨਾਂ ਨੂੰ ਤੇ ਹੁਣ ਵੇਖੋ ਬਣਾਇਆ ਨੇ ਤੇ ਕਦ ਜੋਗੇ ਸੀ, ਅਤੇ ਉਲਟਾ ਇਹ ਕੀ ਕਹਿਣ ਲੱਗ ਪਏ, ਤੇ ਕਹੇ। ਇਹ 8 ਜਿਹੜੇ ਸਾਖੀ ਗਵਾਹੀ ਦੇਣ ਵਾਸਤੇ ਭੇਜੇ ਨਾ, ਇਹ ਆਪ ਹੀ ਕਹਿਣ ਲੱਗ ਪਏ ਕਰੋ ਹਮਾਰੀ ਪੂਜਾ। ਪ੍ਰਭੂ ਪਰਮੇਸ਼ਰ ਨੂੰ ਭੁੱਲ ਕੇ ਕਹਿਣ ਲੱਗ ਪਏ ਵੀ ਤੁਸੀਂ ਸਾਡੀ ਪੂਜਾ ਕਰੋ, ਸਾਨੂੰ ਮੰਨੋ। ਹਮ ਬਿਨ ਔਰ ਨ ਠਾਕੁਰ ਦੂਜਾ। ਸਾਡੇ ਬਿਨਾਂ ਹੋਰ ਕੋਈ ਠਾਕਰ ਮਾਲਕ ਪ੍ਰਭੂ ਦੂਜਾ ਨਹੀਂ ਹੈਗਾ, ਅਸੀਂ ਹੀ ਰੱਬ ਹਾਂ,
ਕੋਈ ਦੂਜਾ ਨਹੀਂ। ਉਤਪਤੀ ਪਾਲਣਾ ਲੈਤਾ ਕਰਨ ਵਾਲਾ ਤੁਹਾਡੇ ਹਿਰਦਿਆਂ ਦਾ ਆਸਰਾ ਕੋਈ ਨਹੀਂ ਹੈ। ਅਸੀਂ ਹੀ ਪਰਮੇਸ਼ਰ ਹਾਂ। ਸ੍ਰਿਸ਼ਟੀ ਦਾ ਮਾਲਕ ਹੋਰ ਕੋਈ ਨਹੀਂ, ਅਸੀਂ ਹੀ ਮਾਲਕ ਹਾਂ। ਪਰਮ ਤਤ ਕੋ ਜਿਨ ਨਾ ਪਛਾਨਾ। ਜਿਨ੍ਹਾਂ ਪੁਰਸ਼ਾਂ ਨੇ ਜਿਨ੍ਹਾਂ ਦੀ ਕੋਈ ਕਮਾਈ ਨਹੀਂ ਸੀ, ਤੇ ਪਰਮ ਤਤ ਯਥਾਰਥ ਰੂਪ ਤਤ ਰੂਪ ਜੋ ਬ੍ਰਹਮ ਪਰਮੇਸ਼ਰ ਹੈ, ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਨਾ ਪਛਾਣਿਆ, ਤਿਨ ਕਰ ਈਸਰ ਤਿਨ ਕਹਿ ਮਾਨਾ। ਉਹਨਾਂ ਨੇ ਇਹਨਾਂ 8 ਸਾਖੀਆਂ ਨੂੰ ਪਰਮੇਸ਼ਰ ਕਰਕੇ ਮੰਨ ਲਿਆ। ਕੋਈ ਸੂਰਜ ਨੂੰ ਪਾਣੀ ਦੇਣ ਲੱਗ ਪਿਆ, ਕੋਈ ਕਹਿੰਦਾ ਜੀ ਜਿਹੜਾ ਚੰਦਰਮਾ ਇਹ ਸਾਡਾ ਮਾਮਾ ਹੈ। ਐਵੇਂ ਲੋਕ ਕਹਿਣ ਲੱਗ ਪਏ। ਕੇਤੇ ਸੂਰ ਚੰਦ ਕਹਿ ਮਾਨਾ। ਐਵੇਂ ਦੁਸ਼ਟ ਦਮ ਜੀ ਕਿਤਨੇ ਤੇ ਜਿਹੜੇ ਜੀਵ ਲੋਕ ਪੁਰਸ਼ ਨਾ ਉਹ ਸੂਰਜ ਨੂੰ ਮੰਨਣ ਲੱਗ ਪਏ ਵੀ ਸੂਰਜ ਦੇਵਤਾ ਬੜਾ ਮਹਾਨ ਹੈ, ਇਹ ਸਾਡੀਆਂ ਖੇਤੀਆਂ ਨੂੰ ਰੋਸ਼ਨੀ ਦਿੰਦਾ, ਸਾਨੂੰ ਦਿਨ ਦਿੰਦਾ, ਸਾਨੂੰ ਸੁਰਤ ਆਉਂਦੀ ਹੈ। ਐਵੇਂ ਪਾਣੀ ਦੇਣ ਲੱਗ ਪਏ ਸੂਰਜ ਨੂੰ। ਕੋਈ ਸੂਰਜ ਦੀ ਪੂਜਾ ਕਿਤਨੇ ਮੰਨਣ ਲੱਗ ਪਏ। ਤੇ ਜਿਹੜੇ ਆ ਕੁਝ ਚੰਦਰਮਾ ਨੂੰ ਮੰਨਣ ਲੱਗ ਪਏ, ਚੰਦਰਮਾ ਦੀ ਪੂਜਾ ਕਰਨ ਲੱਗ ਪਏ ਕਿ ਸਾਡਾ ਚੰਦਾ ਮਾਮਾ ਹੈ। ਅਗਨ ਹੋਤਰ ਕਈ ਪਵਨ ਪਰਮਾਨਾ। ਕਈ ਜਿਹੜੇ ਹੈ ਅਗਨ ਹੋਤਰ ਕਰਨ ਲੱਗ ਪਏ, ਅਗਨੀ ਵਿੱਚ ਹੂਤੀਆਂ ਪਾਉਣ ਲੱਗ ਪਏ ਕਿ ਅੱਗ ਬੜਾ ਤਗੜਾ ਦੇਵਤਾ ਜਿਹਦੇ ਕਰਕੇ ਸਾਡੇ ਜੱਗ ਸਫਲ ਹੁੰਦੇ ਆ, ਇਹਨੂੰ ਪ੍ਰਮਾਣ ਨਹੀਂ ਕਰ ਲਿਆ, ਇਹਨੂੰ ਮੰਨਣ ਲੱਗ ਪਏ। ਕਈ ਹਵਾ ਨੂੰ ਮੰਨਣ ਲੱਗ ਪਏ ਵੀ ਪਵਨ ਦੇਵਤਾ ਬਹੁਤ ਮਹਾਨ ਹੈ, ਉਹ ਸਾਨੂੰ ਹਵਾ ਦਿੰਦਾ, ਸਾਡੇ ਸਵਾਸ ਚੱਲਦੇ ਹੈ, ਉਹ ਪਵਨ ਕਰਕੇ ਹੀ ਦਸਮ ਦਵਾਰ 'ਚ ਸਵਾਸ ਚੜ੍ਹਾ ਕੇ ਕਾਮਯਾਬੀ ਪ੍ਰਾਪਤ ਹੁੰਦੀ ਹੈ। ਐਵੇਂ ਆਨੰਦ ਲਈਦਾ ਹੈ ਮਿੱਠੀ ਕਾਹ ਦਾ। ਕਈ ਪਵਨ ਦੇਵਤੇ ਨੂੰ ਮੰਨਣ ਲੱਗ ਪਏ, ਪ੍ਰਮਾਣ ਹੀ ਕਰ ਲਿਆ। ਕਿਨਹੋ ਪ੍ਰਭ ਪਾਹਨ ਪਹਿਚਾਨਾ। ਦੋਸਤ ਦਮ ਜੀ ਕਿਸੇ ਨੇ ਪੱਥਰਾਂ ਦੀਆਂ ਮੂਰਤੀਆਂ ਬਣਾ ਕੇ ਪੱਥਰ ਨੂੰ ਪਰਮੇਸ਼ਰ ਪਹਿਚਾਨ ਲਿਆ, ਜਾਣ ਲਿਆ ਵੀ ਪੱਥਰ ਹੀ ਪਰਮੇਸ਼ਰ ਹੈ। ਨਾਥ ਕਿਤੇ ਜਲ ਕਰਤ ਵਿਧਾਨਾ। ਤੇ ਕਈ ਜਿਹੜੇ ਹੈ ਉਹ ਜਲ ਦੇ ਵਿੱਚ ਇਸ਼ਨਾਨ ਕਰਨ ਨੂੰ ਵਿਧੀ ਵਿਧਾਨ ਮੰਨ ਲਿਆ ਵੀ ਤੀਰਥਾਂ ਤੇ ਜਲ ਦੇ ਵਿੱਚ ਇਸ਼ਨਾਨ ਕਰਨਾ ਇਹ ਬੜਾ ਵੱਡਾ ਵਿਧੀ ਵਿਧਾਨ ਹੈ, ਇਹ ਬੜਾ ਵੱਡਾ ਢੰਗ ਤਰੀਕਾ ਮਹਾਨ ਹੈ। ਇਸ਼ਨਾਨ ਤੀਰਥਾਂ ਦੇ ਕਰਨ ਨੂੰ ਕਈਆਂ ਨੇ ਵਿਧੀ ਵਿਧਾਨ ਮੰਨ ਲਿਆ ਮੁੱਖ। ਕੇਤਕ ਕਰਮ ਕਰਤ ਡਰ ਪਾਨਾ। ਕਿਤਨਿਆਂ ਨੇ ਜਿਹੜਾ ਹੈ ਇਸੇ ਤਰ੍ਹਾਂ ਪ੍ਰਭੂ ਦੀ ਸਾਰੀ ਗੱਲ ਭੁੱਲ ਗਈ ਤੇ ਪਰਮੇਸ਼ਰ ਨੂੰ ਜਿਹੜਾ ਹੈ ਨਾ ਉਹ ਲੋਕਾਂ ਨੇ ਭੁਲਾ ਲਿਆ ਤੇ ਕਰਮ ਕਾਂਡਾਂ ਨੂੰ ਕਰਨ ਲੱਗ ਪਏ। ਜਾਂ ਕੇਤਕ ਕਰਮ ਕਰਤ ਡਰ ਪਾਨਾ। ਕਈ ਜਿਹੜੇ ਹੈ ਉਹ ਚੰਗੇ ਕਰਮਾਂ ਨੂੰ ਕਰਨ ਤੋਂ ਡਰ ਪਾਉਣ ਲੱਗ ਪਏ ਤੇ ਇਹਨਾਂ ਸਾਖੀਆਂ ਦਾ ਜਿਹੜਾ ਡਰ ਪਾ ਕੇ ਤੇ ਇਹਨਾਂ ਦੇ ਪੂਜਨ ਰੂਪੀ ਕਰਮ ਕਰਨ ਲੱਗ ਪਏ ਕਈ ਧਰਮ ਰਾਜ ਕੋ ਧਰਮ ਪਛਾਨਾ। ਤੇ ਕਈਆਂ ਕਨੇ ਜਿਹੜਾ ਧਰਮ ਰਾਜ ਹੈ ਉਸ ਨੂੰ ਹੀ ਆਪਣਾ ਧਰਮ ਪਛਾਣ ਲਿਆ ਵੀ ਧਰਮ ਰਾਜ ਹੀ ਸਾਡਾ ਧਰਮ ਹੈ, ਧਰਮ ਰਾਜੇ ਨੂੰ ਮੰਨਣਾ ਹੈ। ਜੇ ਪ੍ਰਭ ਸਾਖ ਨਮਿਤ ਠਹਰਾਏ। ਜਿਹੜੇ ਪ੍ਰਭੂ ਪਰਮੇਸ਼ਰ ਨੇ 8 ਸਾਖੀ ਕਰਮਾਂ ਦੀ ਗਵਾਹੀ ਦੇਣ ਲਈ, ਜੀਵ ਦੇ ਕਰਮਾਂ ਦੀ ਗਵਾਹੀ ਦੇਣ ਲਈ ਠਹਿਰਾਏ ਸਥਿਤ ਪੱਕੇ ਕੀਤੇ ਸਨ, ਘੱਲਿਆ ਸੀ। ਤੇ ਹਿਆਂ ਆਏ ਪ੍ਰਭੂ ਕਹਿਵਾਏ। ਉਹ ਇੱਥੇ ਆ ਕੇ ਮਾਤ ਲੋਕ ਦੇ ਤੇ ਆਪਣੇ ਆਪ ਨੂੰ ਉਹਨਾਂ ਨੇ ਪਰਮੇਸ਼ਰ ਕਹਵਾ ਲਿਆ। ਉਹ 8 ਸਾਖੀ ਵੀ ਆਪਣੇ ਆਪ ਨੂੰ ਪਰਮੇਸ਼ਰ ਕਹਾਉਣ ਲੱਗ ਪਏ। ਐਵੇਂ ਇਹ ਕਹਿੰਦੇ ਵੀ ਅਸੀਂ ਹੀ ਪਰਮੇਸ਼ਰ ਹਾਂ, ਲੋਕ ਮੰਨਣ ਲੱਗ ਪਏ। ਤਾਕੀ ਬਾਤ ਬਿਸਰ ਜਾਤੀ ਭਈ ਜਾਤੀ ਭੀ। ਇਹ ਜਿੰਨੇ ਵੀ ਆਉਂਦੇ ਸੀ ਤਾਂ ਕੀ ਬਾਤ ਉਸ ਅਕਾਲ ਪੁਰਖ ਦੀ ਜਿਹੜੀ ਗੱਲ ਹੈ ਇਹਨਾਂ ਨੂੰ ਇੱਥੇ ਆ ਕੇ ਤੇ ਭੁੱਲੀ ਜਾਂਦੀ ਸੀ, ਭੁੱਲੀ ਗਈ। ਆਪਣੀ ਪਰਤ ਸੋਭ ਭੀ। ਬਸ ਉਹ ਸਾਰੇ ਆਪੋ ਆਪਣੀ ਵਡਿਆਈਆਂ ਦੇ ਵਿੱਚ ਹੀ ਕਰਾਉਣ ਵਿੱਚ ਹੀ ਲੱਗ ਪਏ। ਆਪੋ ਆਪਣੀ ਵਡਿਆਈਆਂ ਦੀ ਇਹਨਾਂ ਨੂੰ ਸਭ ਨੂੰ ਪੈ ਗਈ ਤੇ ਕਹਿਣ ਲੱਗ ਪਏ ਅਸੀਂ ਹੀ ਮਹਾਨ ਹਾਂ। ਜਬ ਪ੍ਰਭ ਕੋ ਨਾ ਤਿਨ ਪਹਿਚਾਨਾ। ਜਦੋਂ ਪ੍ਰਭੂ ਪਰਮੇਸ਼ਰ ਨੂੰ, ਵਾਹਿਗੁਰੂ ਨੂੰ ਇਹ ਕਿਸੇ ਨੇ ਇਹਨਾਂ ਲੋਕਾਂ ਨਾ ਪਹਿਚਾਣਿਆ, ਤਬ ਹਰ ਇਨ ਮਨਸ਼ਨ ਠਹਰਾਨਾ। ਤਦੋਂ ਫਿਰ ਵਾਹਿਗੁਰੂ ਨੇ ਇਹਨਾਂ ਤੋਂ ਬਾਅਦ ਮਨੁੱਖਾਂ ਨੂੰ ਬਣਾ ਲੈਣਾ ਕੀਤਾ। ਮਨੁੱਖ ਜਿਹੜੇ ਹੈ ਪ੍ਰਭੂ ਨੇ ਰਚੇ, ਮਨੁੱਖ ਕਾਇਮ ਕਰ ਦਿੱਤੇ ਵਿਦਵਾਨ,
ਜਾਂ ਮਨੁੱਖ ਪੈਦਾ ਕੀਤੇ ਮਹਾਰਾਜ ਜੀ ਨੇ ਨੰਬਰਵਾਰ। ਪਹਿਲਾਂ ਤੇ 8 ਸਾਖੀ ਬਣਾਏ ਗਵਾਹੀ ਦੇਣ ਵਾਸਤੇ ਵੀ ਜੀਵਾਂ ਦੀ ਗਵਾਹੀ ਦੇਣੀ ਹੈ, ਤੇ ਇਹ ਆਪਣੀ ਮੰਨਤਾ ਕਰਾਉਣ ਲੱਗ ਪਏ। ਫਿਰ ਜਦੋਂ ਜਬ ਪ੍ਰਭ ਕੋ ਨਾ ਤਿਨੈ ਪਹਿਚਾਨਾ, ਜਦੋਂ ਇਹਨਾਂ ਸਾਰਿਆਂ ਨੇ ਪ੍ਰਭੂ ਨੂੰ ਨਹੀਂ ਪਛਾਣਿਆ, ਤਬ ਹਰ ਇਨ ਮਨੁੱਸ਼ਨ ਠਹਿਰਾਨਾ। ਤਦੋਂ ਫਿਰ ਪ੍ਰਭੂ ਨੇ ਇਹਨਾਂ ਤੋਂ ਬਾਅਦ ਮਨੁੱਸ਼ਾਂ ਨੂੰ ਠਹਿਰਾਉਣਾ ਕੀਤਾ ਹੈ। ਵੇਖੋ ਦਸਮ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਇਹ ਗੱਲ ਲਿਖ ਰਹੇ ਕਿ ਤਦੋਂ ਵਾਹਿਗੁਰੂ ਨੇ ਫਿਰ ਮਨੁੱਸ਼ਾਂ ਨੂੰ ਠਹਿਰਾਉਣਾ ਕੀਤਾ, ਜਾਂ ਮਹਾਰਾਜ ਕਹਿ ਰਹੇ ਵੀ ਤਦੋਂ ਫਿਰ ਅਸੀਂ ਦੁਸ਼ਟ ਦਮਨ ਜੀ ਮਨੁੱਸ਼ਾਂ ਨੂੰ ਬਣਾਉਣਾ ਕੀਤਾ। ਮਨੁੱਖ ਰਚੇ ਬੰਦੇ ਜੀਵ, ਤੇ ਲੋਕ ਆ ਜਿਹੜੇ ਸਾਇੰਸਦਾਨ ਆ ਤੇ ਇਹ ਆਪਣੀਆਂ ਝੱਖਾਂ ਮਾਰੀ ਜਾਂਦੇ ਆ। ਕਿਤਾਬਾਂ ਬਣਾਈਆਂ ਹੋਈਆਂ, ਮੂਰਤਾਂ ਜੇ ਬਣਾਈਆਂ ਜੀ। ਪਹਿਲਾਂ ਤੇ ਬੰਦਾ ਬਾਂਦਰ ਸੀ ਤੇ ਆਦਿਵਾਸੀ ਬਨੂਵਾਸੀ ਰਹਿੰਦਾ ਸੀ, ਉਹ ਇਹਨੂੰ ਪਤਾ ਨਹੀਂ ਸੀ ਕੱਖ, ਐਵੇਂ ਮਾਸ ਹੀ ਖਾਂਦਾ ਸੀ। ਇਹ ਅੱਗ ਬਾਲਣ ਦੀ ਜਾਚ ਨਹੀਂ ਸੀ। ਜਿਵੇਂ ਬਾਂਦਰ ਰਹਿੰਦਾ, ਮੂਰਤਾਂ ਬਣਾਈਆਂ ਬਿਲਕੁਲ ਬਾਂਦਰ ਵਰਗੀਆਂ। ਜੇ ਬਾਂਦਰ ਹੁੰਦਾ ਨਾ ਉੱਤੇ ਐਂ ਵਾਲ ਵੂਲ ਲਾਏ ਆ। ਕਿਤਾਬਾਂ ਪੜ੍ਹਦੇ ਰਹੇ ਅਸੀਂ ਅਤੇ ਉਹਨਾਂ ਵਿੱਚ ਲਿਖਿਆ ਸਾਇੰਸਦਾਨਾਂ ਦੀ ਆਪਣੀ ਰਚਨਾ। ਫਿਰ ਉਹ ਤੋਂ ਹੌਲੀ ਹੌਲੀ ਤਰੱਕੀ ਹੋ ਗਈ। ਇੱਕ ਦਿਨ ਅੱਗ ਬਾਲ ਲਈ ਸਿੱਖ ਲਈ, ਉਹ ਅੱਗ ਬਲ ਗਈ। ਅੱਗ ਤੋਂ ਬਾਅਦ ਫਿਰ ਮਾਸ ਪਹਿਲਾਂ ਕੱਚਾ ਖਾਂਦੇ, ਫਿਰ ਬਾਲ ਕੇ ਖਾਣਾ ਸਿੱਖ ਗਏ। ਫਿਰ ਹੌਲੀ ਹੌਲੀ ਸਾਰੀ ਤਰੱਕੀ ਹੁੰਦੀ ਹੁੰਦੀ ਅਤੇ ਬੰਦਾ ਅੱਜ ਵੇਖੋ ਕਿੱਥੇ ਆ ਗਿਆ ਹੈ। ਅਤੇ ਕਿੱਥੇ ਉਹ ਜਿਹੜੇ ਬੰਦੇ ਨੂੰ ਅੱਗ ਬਾਲਣ ਦੀ ਜਾਚ ਨਹੀਂ ਸੀ, ਉਹ ਅੱਜ ਚੰਦਰਮਾ 'ਤੇ ਪਹੁੰਚ ਗਿਆ ਹੈ। ਇਹ ਸਾਇੰਸਦਾਨਾਂ ਦੀਆਂ ਗੱਲਾਂ। ਪਰ ਇੱਥੇ ਗੁਰੂ ਮਹਾਰਾਜ ਜੇ ਗੁਰਬਾਣੀ ਪੜ੍ਹੀਏ ਅਤੇ ਗੁਰੂ ਜੀ ਤਾਂ ਲਿਖ ਰਹੇ ਆ ਵੀ ਪਹਿਲਾਂ ਆਓ 8 ਸਾਖੀ ਜੀਵ ਦੀ ਗਵਾਹੀ ਵਾਸਤੇ ਸਥਿਤ ਕੀਤੇ। ਉਹਨਾਂ ਦੇ ਗਵਾਹੀ ਤੇ ਕੀ ਕਰਾਉਣੀ ਸੀ, ਆਪਣੀ ਮੰਨਤਾ ਪੂਜਤਾ ਕਰਾਉਣੀ ਸ਼ੁਰੂ ਕਰ ਦਿੱਤੀ। ਫਿਰ ਮਹਾਰਾਜ ਨੇ ਮਨੁੱਖ ਰਚੇ ਵਿਦਵਾਨ ਚੰਗੇ ਸੂਝਵਾਨ, ਵੀ ਤੁਸੀਂ ਜਿਹੜਾ ਜਨਮ ਲਓ ਅਤੇ ਜਿਹੜਾ ਨਾਮ ਜਪੋ ਸਿਮਰਨ ਕਰੋ, ਅਤੇ ਇਹ ਮਨੁੱਖ ਸਥਿਤ ਕਰ ਦਿੱਤੇ। ਤੇ ਵੀ ਬਸ ਮਮਤਾ ਹੋਏ ਗਏ। ਪਰ ਇਹ ਮਨੁੱਖ ਵੀ ਵਿਚਾਰੇ ਨਾ ਜਦੋਂ ਜਨਮ ਲੈ ਲਿਆ ਤੇ ਮਹਾਰਾਜ ਕਹਿੰਦੇ ਵੀ ਇਹ ਅਕਾਲ ਪੁਰਖ ਕਹਿੰਦੇ ਦੁਸ਼ਟ ਦਮਨ ਜੀ ਇਹ ਵੀ ਮਮਤਾ ਦੇ ਵਸ ਹੋ ਗਏ, ਮੈਂ ਮੇਰੀ ਦੇ ਵਸ ਹੋ ਗਏ ਸਾਰੇ। ਜਦੋਂ ਇੱਥੇ ਜਨਮ ਲੈ ਲਿਆ, ਖਸਮ ਅਨੁਸਾਰ ਦੁਨੀ ਚਿੱਤ ਲਾਇਆ। ਪਹਿਲਾਂ ਤਾਂ ਕਹਿੰਦੇ ਜੀ ਠੀਕ ਹੈ ਭੇਜੋ, ਮਾਤਾ ਦੀ ਗਰਭ ਵਿੱਚ ਲਿਵ ਲੱਗ ਗਈ, ਜਨਮ ਹੋ ਗਿਆ ਅਤੇ ਦੁਨੀ ਚਿੱਤ ਲੱਗ ਗਿਆ। ਫਿਰ ਤਾਂ ਮੇਰਾ ਸ਼ੁਰੂ ਹੋ ਗਿਆ। ਮੇਰੇ ਸੰਬੰਧੀ, ਮੇਰੀ ਜ਼ਮੀਨ, ਮੇਰੀ ਜਾਇਦਾਦ, ਮੇਰਾ ਘਰ, ਵੀ ਤੇਰਾ ਹੋਰ ਵੀ ਕੋਈ ਹੈਗਾ ਕਿ ਨਹੀਂ, ਇਹ ਸਭ ਮੇਰਾ ਹੀ ਹੈ। ਅਤੇ ਭਗਤ ਜੀ ਨੇ ਤਾਂ ਲਿਖਿਆ ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਇਹਨੂੰ ਜਿਹੜੀ ਗੱਲ ਪੁੱਛ ਲਓ ਇਹਨੇ ਕਹਿਣਾ ਸਾਡੀ ਹੀ ਹੈ। ਵੀ ਕਿੱਥੇ ਕਿੱਥੋਂ ਦਾ ਨੂੰ, ਮੇਰਾ ਪਿੰਡ ਉਹ ਜੀ, ਮੇਰਾ ਸ਼ਹਿਰ ਉਹ, ਮੇਰਾ ਦੇਸ਼ ਉਹ, ਆ ਸਾਡਾ ਸਾਧਨ, ਇਹ ਮੇਰਾ ਘਰ, ਇਹ ਮੇਰੀ ਜ਼ਮੀਨ, ਇਹ ਮੇਰਾ ਪਰਿਵਾਰ, ਮੇਰਾ ਮੁੰਡਾ, ਮੇਰੇ ਮਾਮੇ, ਇਹ ਬਸ ਮੇਰਾ ਤੇਰਾ ਹੀ ਇਹੀ ਕੁਝ। ਅਤੇ ਵੀ ਰੱਬ ਵੀ ਤੇਰਾ ਹੈ, ਰੱਬ ਦਾ ਤਾਂ ਪਤਾ ਹੀ ਕੋਈ ਨਹੀਂ। ਤਾਂ ਭਗਤ ਜੀ ਨੇ ਲਿਖਿਆ ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਸਭ ਕੁਝ ਹੀ ਇਹ ਬੰਦੇ ਦਾ ਆਪਣਾ, ਇੱਕ ਰੱਬ ਹੀ ਨਹੀਂ ਇਹਦਾ ਆਪਣਾ, ਉਹੀਓ ਇਹਨੇ ਪਰਾਇਆ ਕਰ ਦਿੱਤਾ। ਅਤੇ ਇੱਥੇ ਅਕਾਲ ਪੁਰਖ ਨੇ ਆਪ ਇਹ ਗੱਲ ਕਹੀ ਦਸਵੇਂ ਪਾਤਸ਼ਾਹ ਜੀ ਨੂੰ ਵੀ ਦੁਸ਼ਟ ਦਮਨ ਜੀ ਇਹ ਜੀਵ ਪੈਦਾ ਕੀਤੇ ਮਨੁੱਖ ਬੰਦਗੀ ਵਾਸਤੇ, ਅਤੇ ਵੀ ਭਗਤੀ ਕਰਨਗੇ, ਇਹ ਵੀ ਮਮਤਾ ਦੇ ਵਾਸੀ ਹੋ ਗਏ। ਇੱਥੇ ਆ ਕੇ ਮੇਰੀ ਕਰ ਗਏ, ਇਹੀ ਕੁਝ ਹੋ ਗਿਆ ਇਹਨਾਂ ਨੂੰ ਵੀ। ਪਰਮੇਸ਼ਰ ਪਾਹਨ ਠਹਿਰਾਏ। ਅਤੇ ਪਰਮੇਸ਼ਰ ਨੂੰ ਪੱਥਰ ਠਹਿਰਾ ਲਿਆ, ਠਾਕੁਰ ਦੀਆਂ ਮੂਰਤੀਆਂ ਨੂੰ, ਵੀ ਇਹੀ ਭਗਵਾਨ ਹੈ, ਇਹੀ ਹਮਾਰੇ ਠਾਕੁਰ ਜੀ ਹੈ। ਤਬ ਹਰ ਸਿੱਧ ਸਾਧ ਠਹਿਰਾਏ। ਤਦੋਂ ਫਿਰ ਦੁਸ਼ਟ ਦਮਨ ਜੀ ਅਸਾਂ ਨੇ, ਜਾਂ ਗੁਰੂ ਮਹਾਰਾਜ ਕਹੇ ਤਦੋਂ ਹਰ, ਤਦੋਂ ਵਾਹਿਗੁਰੂ ਨੇ ਜਿਹੜੇ ਸ਼ਕਤੀਆਂ ਵਾਲੇ ਸਿੱਧ ਬੜੇ ਤਾਕਤਾਂ ਵਾਲੇ ਅਤੇ ਸਾਧ ਲੋਕ ਜਿਹੜੇ ਸਾਧਨਾ ਕਰਨ ਵਾਲੇ ਉਹ ਰਚ ਦਿੱਤੇ, ਬਣਾਉਣਾ ਕੀਤੇ। ਤਿਨ ਵੀ ਪਰਮ ਪੁਰਖ ਨਹੀਂ ਪਾਏ। ਉਹਨਾਂ ਨੇ ਵੀ ਪਰਮ ਪੁਰਖ ਅਕਾਲ ਪੁਰਖ ਨੂੰ ਨਹੀਂ ਪਾਇਆ, ਬੰਦਗੀ ਤੇ ਕੀਤੀ ਪਰ ਪਾ ਨਾ ਸਕੇ। ਜੇ ਕੋਈ ਹੋਤ ਭਇਓ ਜਗ ਸਿਆਨਾ। ਇਹ ਖਾਸ ਸਹੀ, ਜੇ ਕੋਈ
ਉਹ ਬੰਦਗੀ ਕਰਕੇ ਸੰਸਾਰ ਵਿੱਚ ਥੋੜਾ ਸਮਝਦਾਰ ਸਿਆਣਾ ਹੋ ਵੀ ਗਿਆ। ਤਿਨ ਤਿਨ ਆਪਣਾ ਪੰਥ ਚਲਾਨਾ। ਉਹਨਾਂ ਨੇ ਆਪੋ ਆਪਣਾ ਅੱਡੋ ਆਡੀ ਪੰਥ ਚਲਾ ਲਿਆ। ਆ ਜੀ ਫਲਾਣੇ ਸੰਤ ਦੀ ਕੁਟੀਆ ਹੈ, ਆ ਫਲਾਣੇ ਸੰਤ ਦਾ ਡੇਰਾ ਹੈ। ਉਹ ਭਾਵ ਭਗਤੀ ਦੇ ਰਸਤੇ ਨੂੰ ਛੱਡ ਕੇ ਆਪਣੇ ਪੰਥ ਚਲਾ ਲਿਆ, ਆਪਣਾ ਹੀ ਮਤ ਚਲਾ ਲਿਆ। ਪਰਮ ਪੁਰਖ ਕਿਨਹੁ ਨਹਿ ਪਾਇਓ। ਜੋ ਪਰਮ ਪੁਰਖ ਅਕਾਲ ਪੁਰਖ ਵਾਹਿਗੁਰੂ ਉਸ ਨੂੰ ਕਿਸੇ ਨੇ ਨਹੀਂ ਪਾਇਆ, ਆਪਣੇ ਡੇਰੇ ਬਣਾ ਲਏ। ਪੈਰ ਬਾਦ ਅਹੰਕਾਰ ਵਡਾਇਓ। ਆਪਣੀ ਸੋਭਾ ਵਿੱਚ ਪੈ ਕੇ ਝਗੜੇ ਵਧਾ ਲਏ, ਬਾਦ ਵੈਰ ਵਧਾ ਲਿਆ, ਹੰਕਾਰ ਵਧਾ ਲਿਆ। ਬਸ ਇੱਕ ਹੰਕਾਰ ਨੂੰ ਬੜਾਵਾ ਦੇਣ ਵਾਸਤੇ ਇਹਨਾਂ ਦੇ ਵੈਰ ਪਾ ਲਿਆ, ਝਗੜੇ ਵਧਾ ਲਏ। ਮੈਂ ਵੱਡਾ ਹਾਂ, ਉਹ ਕਹਿੰਦਾ ਮੈਂ ਵੱਡਾ ਹਾਂ, ਉਹ ਕਹਿੰਦਾ ਮੇਰੇ 'ਚ ਸ਼ਕਤੀ ਜ਼ਿਆਦੀ। ਇਸੇ ਤਰ੍ਹਾਂ ਵੈਰ ਵਿਰੋਧ ਹੰਕਾਰ ਹੀ ਵਧਾ ਲਿਆ। ਪੇੜ ਪਾਤ ਆਪਨ ਤੇ ਜਲਾ। ਵੈਰ ਬਾਦ ਅਹੰਕਾਰ ਵਡਾਇਓ, ਅਹੰਕਾਰ ਐੜੇ ਨਾ ਪਾਠ। ਪੇੜ ਪਾਤ ਆਪਨ ਆਪਨ ਤੇ ਜਲੇ। ਇਹ ਤੇ ਇਵੇਂ ਹੋ ਗਈ ਗੱਲ ਜਿਵੇਂ ਬ੍ਰਿਸ਼ ਆਪਣੇ ਪੱਤਿਆਂ ਨਾਲ ਹੀ ਸੜ ਜਾਂਦਾ ਹੈ। ਜੰਗਲਾਂ ਵਿੱਚ ਪੱਤੇ ਹੁੰਦੇ, ਰੁੱਖ ਦੇ ਸੁੱਕ ਸੁੱਕ ਕੇ ਥੱਲੇ ਡਿੱਗੀ ਜਾਂਦੇ। ਜਦੋਂ ਅੱਗ ਲੱਗਦੀ ਪੱਤਿਆਂ ਨੂੰ, ਦੇ ਨਾਲ ਰੁੱਖ ਸੜ ਜਾਂਦਾ। ਤੇ ਇਹ ਤਾਂ ਉਹੀ ਗੱਲ ਹੋ ਗਈ ਵੀ ਇਹ ਆਪਣੀ ਸੋਭਾ ਕਰਕੇ ਨਾ ਸਾਧ ਲੋਕ ਵੈਰ ਵਿਰੋਧ ਦੀ ਅੱਗ ਦੇ ਵਿੱਚ ਸੜ ਕੇ ਜਲ ਗਏ। ਪੇੜ ਰੂਪ ਆਪ ਸਨ, ਪੱਤੇ ਰੂਪ ਸੋਭਾ ਦੇ ਨਾਲ ਹੀ ਸੜ ਮੱਚ ਗਏ ਹੰਕਾਰ ਕਰਕੇ। ਪ੍ਰਭ ਕਾ ਪੰਥ ਨਾ ਕੋ ਚੱਲਾ। ਵਾਹਿਗੁਰੂ ਪਰਮੇਸ਼ਰ ਦੇ ਮਾਰਗ ਤੇ ਕੋਈ ਨਾ ਚੱਲਿਆ। ਇਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸ ਰਹੇ ਹਨ। ਜਿਨ ਜਿਨ ਤਨਕ ਸਿੱਧ ਕੋ ਪਾਇਓ। ਫਿਰ ਪਰਮੇਸ਼ਰ ਬੋਲੇ, ਦੁਸ਼ਟ ਦਮਨ ਜੀ, ਜਿਨ੍ਹਾਂ ਨੇ ਥੋੜੀ ਜਿਹੀ ਸਿੱਧੀ ਸ਼ਕਤੀ ਨੂੰ ਪਾਇਆ ਨਾ, ਵੀ ਥੋੜੀ ਜਿਹੀ ਤਾਕਤ ਜੀ ਪਾ ਲਈ, ਤਿਨ ਤਿਨ ਆਪਣਾ ਰਾਹ ਚਲਾਇਓ। ਉਹਨਾਂ ਨੇ ਆਪੋ ਆਪਣਾ ਹੀ ਰਸਤਾ ਚਲਾ ਲਿਆ, ਆਪੋ ਆਪਣੇ ਪੰਥ ਚਲਾ ਲਏ। ਮੈਂ ਸੰਨਿਆਸੀ, ਮੈਂ ਤਰਦੰਡੀ ਨਾਥ ਹਾਂ। ਪਰਮੇਸ਼ਰ ਨਾ ਕਿਨਹੁ ਪਹਿਚਾਨਾ। ਤੇ ਪਰਮੇਸ਼ਰ ਕਹੇ ਸਾਨੂੰ ਕਿਸੇ ਨਾ ਪਹਿਚਾਣਿਆ। ਜਾਂ ਮਹਾਰਾਜ ਕਹਿੰਦੇ ਖਾਲਸਾ ਜੀ ਅਕਾਲ ਪੁਰਖ ਨੇ ਕਿਹਾ ਵੀ ਸਾਨੂੰ ਕਿਸੇ ਨੇ ਨਾ ਪਹਿਚਾਣਿਆ। ਮਮ ਉਚਾਰ ਤੇ ਭਇਓ ਦੀਵਾਨਾ। ਮਮ ਉਚਾਰ ਜਿਹੜਾ ਬਸ ਮੈਂ ਕਰਦੇ ਕਮਲੇ ਹੋ ਗਏ। ਮਮ ਉਚਾਰਤ ਭਇਓ ਦੀਵਾਨਾ, ਭਾਵ ਮੈਂ ਵੀ ਮੇਰੀ ਸੋਭਾ ਕਰੋ, ਮੇਰੀ ਸੋਭਾ ਕਰੋ। ਇਸੇ ਕਲ ਵਿੱਚ ਹੀ ਦੀਵਾਨੇ ਕਮਲੇ ਝੱਲੇ ਹੋ ਗਏ, ਫਿਰਕੇ ਚਲਾ ਦਿੱਤੇ ਆਪਣੇ। ਜਾਂ ਮਮ ਉਚਾਰ ਤੇ ਭਇਓ ਦੀਵਾਨਾ। ਇਹ ਜਿਹੜੇ ਜੀਵ ਭੇਜੇ ਨਾ ਸਾਡੇ ਵਾਹਿਗੁਰੂ ਉਚਾਰਨ ਤੋਂ, ਸਾਡੇ ਨਾਮ ਉਚਾਰਨ ਤੋਂ ਤੇ ਦੀਵਾਨੇ ਹੋ ਗਏ, ਇੱਧਰੋਂ ਕਮਲੇ ਹੀ ਹੋ ਗਏ, ਆਪਣੀ ਵਡਿਆਈ ਵਿੱਚ ਲੱਗ ਕੇ ਤੇ ਉੱਧਰ ਜਿਹੜੇ ਸਿੱਧੇ ਹੋ ਗਏ। ਜਿਵੇਂ ਜਿਹੜੇ ਅਕਾਲ ਪੁਰਖ ਵਾਹਿਗੁਰੂ ਨੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿਹਾ, ਸੱਚੇ ਪਾਤਸ਼ਾਹ ਜੀ ਖਾਲਸੇ ਨੂੰ ਦੱਸ ਰਹੇ ਹਨ ਇਹ ਇੰਨਾ ਕੁਝ ਸਾਡੇ ਅਵਤਾਰ ਤੋਂ ਪਹਿਲਾਂ ਹੋਇਆ ਸੀ, ਤਾਂ ਕਰਕੇ ਸਾਡਾ ਫਿਰ ਅਵਤਾਰ ਹੋਇਆ। ਸਾਡਾ ਜੀ ਤੇ ਨਹੀਂ ਸੀ ਕਰਦਾ, ਚਿੱਤ ਨਹੀਂ ਸੀ ਕਰਦਾ ਇਸ ਸੰਸਾਰ 'ਤੇ ਆਉਣ ਨੂੰ, ਪਰ ਵਾਹਿਗੁਰੂ ਦਾ ਹੁਕਮ ਅਮੋੜ ਅਤੇ ਅਸੀਂ ਆਏ। ਸਾਡੀ ਸੁਰਤ ਫੇਰੀ ਚੁਭੀ ਰਹੀ। ਇਹ ਮਹਾਰਾਜ ਸਾਰਾ ਹੀ ਪ੍ਰਸੰਗ ਬਚਿੱਤਰ ਨਾਟਕ ਦੇ ਵਿੱਚ ਸਾਨੂੰ ਸਰਵਣ ਕਰਾ ਰਹੇ ਹਨ। ਜਿਵੇਂ ਅੱਗੇ ਕਥਾ ਵਿਚਾਰ ਹੈਗੇ ਆਪਾਂ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ ਨਾਲੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਝ। ਜਿਨ ਜਿਨ ਤਨਕ ਸਿੱਧ ਕੋ ਪਾਇਓ। ਤਿਨ ਤਿਨ ਆਪਣਾ ਰਾਹ ਚਲਾਇਓ। ਪਰਮੇਸ਼ਰ ਨਾ ਕਿਨਹੁ ਪਹਿਚਾਨਾ। ਮਮ ਉਚਾਰ ਤੇ ਭਇਓ ਦੀਵਾਨਾ। ਤੇ ਆਡਿਆ ਮਮ ਉਚਾਰ ਤੇ ਭਇਓ ਦੀਵਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।